ਉਹ ਕਹਿੰਦੇ ਮੈਂ ਫਿੱਟ ਆ ਪੂਰਾ। ਕੈਪਟਨ ਕਹਿੰਦੇ ਮੈਂ weight ਵੀ ਘਟਾ ਲਿਆ, ਕਹਿੰਦੇ ਮੈਂ ਪੂਰਾ ਫਿੱਟ ਵੀ ਆ, ਪੰਜਾਬ ਵੀ ਚਲਾ ਸਕਦਾ, ਡਬਲ ਇੰਜਨ ਦੀ ਸਰਕਾਰ ਬਣ ਰਹੀ ਹੈ। ਸਰ ਛੱਡਿਆ ਕਰੋ ਜੀ। ਪਰ ਕੈਪਟਨ ਕਹਿੰਦੇ 93% ਵਾਅਦੇ ਮੈਂ ਪੂਰੇ ਕਰ ਦਿੱਤੇ। ਉਹ ਕਿਹੜੇ ਵਾਅਦੇ ਨੇ? ਮੈਂ ਤਾਂ ਹੀ ਪੁੱਛਦਾ ਕਿ ਪਟਿਆਲੇ ਨਜ਼ਰ ਆਉਂਦੇ ਨੇ ਕੋਈ ਵਾਅਦੇ ਉਹ ਪੂਰੇ ਹੋਏ? ਕੈਪਟਨ ਸਾਹਿਬ ਆਣ ਇੱਕ ਵਾਰੀ ਡਿਬੇਟ ਤੇ। ਆਪ ਤੁਹਾਡਾ ਕਦੀ ਪੂਰਾ ਹੋ ਸਕਦਾ, ਕੈਪਟਨ ਤਾਂ ਆਪਣੇ ਵਿਧਾਇਕਾਂ ਨੂੰ ਨਹੀਂ ਮਿਲਦੇ ਹੈਗੇ ਡਿਬੇਟ 'ਚ ਕਿੱਥੇ। 70 ਸਾਲ ਦਾ ਮੈਂ ਵਕਫਾ ਕਮਾਂ ਤਾਂ ਥੋੜਾ ਨਹੀਂ ਹੁੰਦਾ। ਇੰਨਾ ਲੰਬਾ ਅਕਾਲੀ ਦਲ ਦੇ ਵਿੱਚ ਸਮਾਂ ਗੁਜ਼ਾਰਨ ਤੋਂ ਬਾਅਦ ਇਹ ਚੋਣਾਂ ਦੇ ਦੌਰਾਨ ਹੀ ਕਿਉਂ ਪਾਰਟੀ ਤੁਹਾਡੇ ਵੱਲੋਂ ਬਦਲੀ ਗਈ? ਇਹ ਨਾ ਇੱਕ ਫਰਸਟ੍ਰੇਸ਼ਨ ਸੀ ਜਿਹੜੀ ਕ੍ਰੀਪ ਅਪ ਕਰੀ ਜਾ ਰਹੀ ਸੀ ਬਾਰ-ਬਾਰ। ਪ੍ਰੋ ਪੰਜਾਬ ਟੀਵੀ ਦੇ ਉੱਤੇ ਸੁਖਬੀਰ ਬਾਦਲ ਬਿਆਨ ਦੇ ਰਹੇ ਸੀ, ਕਹਿੰਦੇ ਕਿ ਕੋਹਲੀ ਉਹਨਾਂ ਨੂੰ ਅਸੀਂ ਟਿਕਟਾਂ ਦਿੱਤੀਆਂ, ਉਹ ਹਾਰ ਗਏ। ਜਦੋਂ ਦੇ ਪ੍ਰਕਾਸ਼ ਸਿੰਘ ਬਾਦਲ ਜੀ ਪਿੱਛੇ ਹੋਏ, ਸੁਖਬੀਰ ਸਿੰਘ ਬਾਦਲ ਦੇ ਹੱਥ 'ਚ ਕਮਾਨ ਆਈ, ਉਹਨਾਂ ਦੀ ਜਿਹੜੀ ਕੋਇਟਰੀ ਸੀਗੀ, ਉਹਨਾਂ ਨੇ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜਾ ਹੈਗਾ ਕਬਜ਼ਾ ਕਰ ਲਿਆ। ਸੌਦਾ ਉਹੀ ਸੀ, ਵਪਾਰ ਉਹੀ ਸੀ, ਨਾਮ ਜਿਹੜਾ ਉੱਪਰ ਦੁਕਾਨ ਦਾ ਬਦਲ ਗਿਆ। ਪਹਿਲਾਂ ਅਕਾਲੀ ਦਲ ਸੀ, ਹੁਣ ਕਾਂਗਰਸ ਹੋ ਗਿਆ ਪਿਛਲੇ 5 ਸਾਲ। ਉਸੇ ਦੁਕਾਨ ਦੇ ਵਿੱਚੋਂ ਹੀ ਬੰਦੇ ਆਮ ਆਦਮੀ ਪਾਰਟੀ ਦੇ ਵਿੱਚ ਵੀ ਸ਼ਾਮਲ ਹੋਏ ਨੇ। ਜਿਹੜੀ ਦੁਕਾਨ ਦੀ ਤੁਸੀਂ ਗੱਲ ਕਰਦੇ ਹੋ, ਕਹਿੰਦੇ ਉਹਦੀ ਦੁਕਾਨ ਦੇ ਵਿੱਚ ਹੀ ਬੰਦੇ ਆਮ ਆਦਮੀ ਪਾਰਟੀ 'ਚ ਵੀ ਸ਼ਾਮਲ ਹੋਏ। ਉਹ ਸੀਐਮ ਮਾਲਕ ਹੁੰਦਾ ਪੰਜਾਬ ਦਾ। ਜੇ ਸੀਐਮ ਕੰਮ ਨਹੀਂ ਕਰਾ ਸਕਦਾ ਤੇ ਦੂਜਾ ਬੰਦਾ ਕੀ ਕਰਾਊਗਾ? ਅਸੀਂ ਤਾਂ ਸੋਚਦੇ ਸੀ ਵੀ ਸੀਐਮ ਸਾਡੇ ਸ਼ਹਿਰ ਦਾ ਬਣ ਗਿਆ, ਖੁਸ਼ਕਿਸਮਤੀ ਸਾਡੀ, ਬਟ ਇਹ ਖੁਸ਼ਕਿਸਮਤੀ ਨਹੀਂ, ਇਹ ਤਾਂ ਬਦਕਿਸਮਤੀ ਬਣ ਗਈ। ਅਕਾਲੀ ਦਲ ਦੀ ਪੋਜੀਸ਼ਨ ਕੀ ਹੈ? ਅਕਾਲੀ ਦਲ ਤਾਂ ਕਹਿੰਦਾ ਅਸੀਂ ਸਰਕਾਰ ਬਣਾ ਰਹੇ ਹੈਗੇ ਹਾਂ। ਲੱਗਦਾ ਸਰਕਾਰ ਬਣ ਰਹੀ ਹੈ ਫਿਰ ਉਹਨਾਂ ਦੀ? ਚਲੋ ਡਾਇਨਾਸੌਰਸ ਆ ਸਕਦੇ ਨੇ ਧਰਤੀ ਤੇ ਵਾਪਸ, ਪਰ ਹੁਣ ਅਕਾਲੀ ਦਲ ਪੰਜਾਬ 'ਚ ਨਹੀਂ ਆ ਸਕਦਾ ਸੀ। ਕੈਪਟਨ ਵੀ ਇਹੀ ਕਹਿੰਦੇ ਸੀ ਇੱਦਾਂ ਨਾ ਹੋਵੇ ਬੈਰੀਕੇਡਿੰਗ ਤੁਹਾਡੇ ਘਰ ਦੇ ਬਾਹਰ ਵੀ ਲਾਉਣੀ ਪੈ ਜਾਇਆ ਕਰੇ ਪੁਲਿਸ ਵਾਲਿਆਂ ਨੂੰ। ਜਿਹਨੂੰ ਧਰਨੇ ਲਗਾਉਣ ਦੀ ਲੋੜ ਨਹੀਂ ਪੈਣੀ, ਮੈਂ ਧਰਨੇ ਵਾਲੀ ਥਾਂ ਜਾ ਕੇ ਆਪ ਬੈਠ ਜਾਵਾਂਗਾ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਗਗਨਦੀਪ ਸਿੰਘ। ਸ਼ਾਹੀ ਸ਼ਹਿਰ ਪਟਿਆਲਾ ਦੇ ਵਿੱਚ ਮੌਜੂਦ ਹਾਂ ਔਰ ਜੇਕਰ ਪਟਿਆਲਾ ਸੀਟ ਦੀ ਗੱਲ ਕਰੀਏ ਤਾਂ ਪਟਿਆਲਾ ਸੀਟ ਦੇ ਉੱਤੇ ਲੋਕਾਂ ਦੇ ਅੰਦਰ ਇਹ ਪਰਸੈਪਸ਼ਨ ਹੈ ਕਿ ਇੱਥੇ ਕੈਪਟਨ ਤੇ ਬਾਦਲ ਰਲ ਕੇ ਚੋਣ ਲੜਦੇ ਨੇ। ਜਦੋਂ ਕੈਪਟਨ ਕਾਂਗਰਸ ਪਾਰਟੀ ਦੇ ਵਿੱਚ ਸੀ ਤਾਂ ਉਹ ਬਾਦਲ ਯਾਨੀ ਕਿ ਲੰਬੀ ਦੇ ਵਿੱਚ ਇੱਕ ਕਮਜ਼ੋਰ ਉਮੀਦਵਾਰ ਐਲਾਨਦੇ ਸੀ, ਔਰ ਜਦੋਂ ਬਾਦਲ ਕਾਂਗਰਸ ਦੇ ਵਿੱਚ ਉਮੀਦਵਾਰ ਐਲਾਨਦੇ ਨੇ ਤਾਂ ਉਹ ਵੀ ਕਮਜ਼ੋਰ ਉਮੀਦਵਾਰ ਕੈਪਟਨ ਦੇ ਸਾਹਮਣੇ ਖੜਾ ਕਰਦੇ ਨੇ। ਪਰ ਇਸ ਵਾਰ ਮੁਕਾਬਲਾ ਕੁਝ ਵੱਖਰਾ ਹੈ। ਇਸ ਵਾਰ ਪੰਜਕੋਨਾ ਮੁਕਾਬਲਾ ਹੈ। ਕੈਪਟਨ ਕਾਂਗਰਸ ਤੋਂ ਤੋੜ ਵਿਛੋੜਾ ਕਰਕੇ ਆਪਣੀ ਪਾਰਟੀ ਬਣਾ ਚੁੱਕੇ ਨੇ। ਕਾਂਗਰਸ ਨੇ ਇੱਥੋਂ ਨਵਾਂ ਉਮੀਦਵਾਰ ਖੜਾ ਕੀਤਾ ਹੈ ਔਰ ਅਕਾਲੀ ਦਲ ਦੇ ਵਿੱਚ ਰਹਿ ਚੁੱਕੇ ਅਜੀਤਪਾਲ ਸਿੰਘ ਕੋਹਲੀ ਇਸ ਵਾਰ ਆਪ ਦਾ ਝਾੜੂ ਫੜ ਕੇ ਪਟਿਆਲੇ ਦੀ ਸਫਾਈ ਕਰਨ ਦੇ ਉੱਤੇ ਲੱਗੇ ਹੋਏ ਨੇ। ਸਾਡੇ ਨਾਲ ਅਜੀਤਪਾਲ ਸਿੰਘ ਕੋਹਲੀ ਹੁਣੀ ਮੌਜੂਦ ਹੈ, ਗੱਲਬਾਤ ਕਰਦੇ ਹਾਂ। ਕੋਹਲੀ ਸਾਹਿਬ, ਸਭ ਤੋਂ ਪਹਿਲਾਂ ਤਾਂ ਇੱਕ ਲੰਬਾ, ਤੁਸੀਂ 70 ਸਾਲ ਦਾ ਮੈਂ ਵਕਫਾ ਕਮਾਂ ਤਾਂ ਥੋੜਾ ਨਹੀਂ ਹੁੰਦਾ। ਇੰਨਾ ਲੰਬਾ ਅਕਾਲੀ ਦਲ ਦੇ ਵਿੱਚ ਸਮਾਂ ਗੁਜ਼ਾਰਨ ਤੋਂ ਬਾਅਦ ਇਹ ਚੋਣਾਂ ਦੇ ਦੌਰਾਨ ਹੀ ਕਿਉਂ ਪਾਰਟੀ ਤੁਹਾਡੇ ਵੱਲੋਂ ਬਦਲੀ ਗਈ? ਦੇਖੋ ਜੀ, ਇਹ ਨਾ ਇੱਕ ਫਰਸਟ੍ਰੇਸ਼ਨ ਸੀ ਜਿਹੜੀ ਕ੍ਰੀਪ ਅਪ ਕਰੀ ਜਾ ਰਹੀ ਸੀ ਬਾਰ-ਬਾਰ। ਫਰਸਟ੍ਰੇਸ਼ਨ, ਸਫੋਕੇਸ਼ਨ ਇਸ ਗੱਲ ਦੀ ਸੀ ਕਿ ਇਹ ਪਾਰਟੀ ਜਿਹੜੀ ਸਾਡੇ ਪੁਰਖਿਆਂ ਨੇ ਬਣਾਈ, ਜਿਹਨੂੰ ਆਜ਼ਾਦੀ ਤੋਂ ਬਾਅਦ ਸਾਡੇ ਦਾਦਾ ਜੀ ਨੇ, ਸਾਡੇ ਪਿਤਾ ਜੀ ਨੇ ਖੜਾ ਕੀਤਾ ਸ਼ਹਿਰ ਦੇ ਵਿੱਚ, ਬੜੀਆਂ ਕੁਰਬਾਨੀਆਂ ਦੇ ਕੇ, ਘਰ ਕੁਰਕ ਕਰਾ ਕੇ, ਜੇਲ੍ਹਾਂ ਕੱਟ ਕੇ, ਹਰ ਧਰਨੇ, ਹਰ ਮੋਰਚੇ 'ਚ ਸ਼ਿਰਕਤ ਕਰਕੇ, ਲੀਡ ਕਰਕੇ ਜਿਹੜੀ ਪਾਰਟੀ ਨੂੰ ਬਣਾਇਆ, ਅੱਜ ਉਹ ਪਾਰਟੀ ਦੀ ਪਹਿਚਾਣ ਬਦਲ ਗਈ। ਪਾਰਟੀ ਦੀ ਪਹਿਚਾਣ ਬਣ ਗਈ ਕੇਬਲ ਮਾਫੀਆ, ਡਰੱਗਸ ਮਾਫੀਆ, ਰੇਤ ਮਾਫੀਆ, ਟਰਾਂਸਪੋਰਟ ਮਾਫੀਆ, ਸ਼ਰਾਬ ਮਾਫੀਆ। ਤੁਸੀਂ ਦੇਖੋ, ਇਹ ਸਾਰੀਆਂ ਚੀਜ਼ਾਂ ਪਹਿਲਾਂ ਨਹੀਂ ਸੀਗੀਆਂ ਪੰਜਾਬ 'ਚ, ਇਹ ਤਾਂ ਪਿਛਲੇ 10-15 ਸਾਲ 'ਚ ਹੀ ਆਈਆਂ ਨੇ। ਸੋ ਇਨ ਇਟਸੈਲਫ ਇਟਸ ਅ ਮੈਨੀਫੈਸਟੇਸ਼ਨ ਕਿ ਇਹ ਜਿਹੜੀਆਂ ਚੀਜ਼ਾਂ ਨੇ, ਸਾਡੇ ਜਿਹੜੇ ਸਿਆਸੀ ਆਕਾਸ਼ ਸੀਗੇ ਜਿਹੜੇ ਪੰਜਾਬ ਦੇ, ਉਹਨਾਂ ਕਰਕੇ ਆਈਆਂ ਨੇ। ਤੁਹਾਨੂੰ ਵੀ ਲੱਗਦਾ ਨਹੀਂ ਇਹ ਸਮਾਂ ਜ਼ਿਆਦਾ ਲੱਗ ਗਿਆ ਸਮਝਣ ਦੇ ਵਿੱਚ ਕਿ ਇਹ ਪਾਰਟੀ ਜੋ ਸੀਗੀ ਸਿਧਾਂਤਾਂ ਵਾਲੀ ਅਕਾਲੀ ਦਲ ਜਿਸ ਨੂੰ ਕਿਹਾ ਜਾਂਦਾ ਸੀ, ਉਸ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਆ ਗਈਆਂ, ਇਸ ਦੇ ਵਿੱਚ ਮਾਫੀਆ ਆ ਗਿਆ, ਜੋ ਤੁਸੀਂ ਚੀਜ਼ਾਂ ਗਣਾਈਆਂ ਨੇ, ਤੁਹਾਨੂੰ ਵੀ ਲੱਗਦਾ ਜ਼ਿਆਦਾ ਸਮਾਂ ਲੱਗ ਗਿਆ ਇਹਨੂੰ ਸਮਝਦੇ? ਦੇਖੋ, ਗੱਲ ਇਹ ਚੀਜ਼ਾਂ ਜਿਹੜੀਆਂ ਨਾ ਪਿਛਲੇ 10 ਸਾਲਾਂ 'ਚ ਆਈਆਂ ਜੀ। 2007 ਤੋਂ 2012 ਮੈਂ ਸ਼ਹਿਰ ਦਾ ਮੇਅਰ ਸੀਗਾ ਜੀ। ਉਦੋਂ ਇਹ ਚੀਜ਼ਾਂ ਸ਼ੁਰੂ ਹੋ ਰਹੀਆਂ ਸੀ, ਸਿਰ ਚੱਕ ਰਹੀਆਂ ਸੀਗੀਆਂ। ਔਰ 2012 ਤੋਂ ਬਾਅਦ ਤਾਂ ਬਿਲਕੁਲ ਜਿਵੇਂ ਪੈਰਾਫਨੀਲੀਆ ਚੇਂਜ ਹੋ ਜਾਂਦਾ ਹੈ ਅਕਾਲੀ ਦਲ ਦਾ, ਉਹ ਵਾਲਾ ਸਿਸਟਮ ਹੋ ਗਿਆ। ਜਦੋਂ ਦੇ ਪ੍ਰਕਾਸ਼ ਸਿੰਘ ਬਾਦਲ ਜੀ ਪਿੱਛੇ ਹੋਏ, ਸੁਖਬੀਰ ਸਿੰਘ ਬਾਦਲ ਦੇ ਹੱਥ 'ਚ ਕਮਾਨ ਆਈ, ਉਹਨਾਂ ਦੀ ਜਿਹੜੀ ਕੋਇਟਰੀ ਸੀਗੀ, ਉਹਨਾਂ ਨੇ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜਾ ਹੈਗਾ ਕਬਜ਼ਾ ਕਰ ਲਿਆ। ਰਿਸੋਰਸਿਸ ਪੰਜਾਬ ਦੇ ਡਰੇਨ ਕਰਦੇ ਹੀ ਰਹੇ, ਆਪਦੀਆਂ ਤਿਜੋਰੀਆਂ ਭਰਦੇ ਰਹੇ, ਤੇ ਬਾਅਦ ਦੇ ਵਿੱਚ ਤਾਂ ਇੱਦਾਂ ਉਹੀ ਦੁਕਾਨ ਸੇਮ ਸੀ, ਸੌਦਾ ਉਹੀ ਸੀ, ਵਪਾਰ ਉਹੀ ਸੀ, ਨਾਮ ਜਿਹੜਾ ਉੱਪਰ ਦੁਕਾਨ ਦਾ ਬਦਲ ਗਿਆ। ਪਹਿਲਾਂ ਅਕਾਲੀ ਦਲ ਸੀ, ਹੁਣ ਕਾਂਗਰਸ ਹੋ ਗਿਆ ਪਿਛਲੇ 5 ਸਾਲ। ਸੋ ਇਹ ਦੋਨੋਂ ਰਲ ਮਿਲ ਕੇ ਇਹ ਦੁਕਾਨ ਉਹੀ ਚਲਾਉਂਦੇ ਰਹੇ
ਨਸ਼ੇ ਦੀ, ਦੁਕਾਨ ਚਲਾਉਂਦੇ ਰਹੇ ਰੇਤਾ ਵੇਚਣ ਦੀ। ਦੇਖੋ ਤੁਸੀਂ ਇਲੀਗਲ ਬੜੀ ਇਹ ਵੀ ਇੱਥੇ ਗੱਲ ਹੈਗੀ ਹੈ, ਕਹਿੰਦੇ ਉਸੇ ਦੁਕਾਨ ਦੇ ਵਿੱਚੋਂ ਹੀ ਬੰਦੇ ਆਮ ਆਦਮੀ ਪਾਰਟੀ ਦੇ ਵਿੱਚ ਵੀ ਸ਼ਾਮਲ ਹੋਏ ਨੇ। ਜਿਹੜੀ ਦੁਕਾਨ ਦੀ ਤੁਸੀਂ ਗੱਲ ਕਰਦੇ ਹੋ, ਕਹਿੰਦੇ ਉਹਦੀ ਦੁਕਾਨ ਦੇ ਵਿੱਚ ਹੀ ਬੰਦੇ ਆਮ ਆਦਮੀ ਪਾਰਟੀ 'ਚ ਵੀ ਸ਼ਾਮਲ ਹੋ ਰਹੇ। ਦੇਖੋ ਅਸੀਂ, ਸਾਡੇ ਦਾਦਾ ਜੀ ਮੰਤਰੀ ਰਹੇ, ਸਾਡੇ ਪਿਤਾ ਜੀ ਮੰਤਰੀ ਰਹੇ, ਮੈਂ ਮੇਅਰ ਰਿਹਾ, ਸ਼ਹਿਰ ਦੇ ਵਿੱਚ ਲੀਡ ਕਰਦੇ ਰਹੇ, ਚਾਹੇ ਅਹੁਦੇਦਾਰੀਆਂ ਕਿਸੇ ਨੂੰ ਮਿਲੀਆਂ, ਪਰ ਸ਼ਹਿਰ ਦੇ ਵਿੱਚ ਫੇਸ ਆਫ ਦਾ ਪਾਰਟੀ ਹਮੇਸ਼ਾ ਕੋਹਲੀ ਪਰਿਵਾਰ ਰਿਹਾ ਜੀ। ਤੇ ਅਸੀਂ ਹੋਰ ਲੰਬਾ ਸਮਾਂ ਚੱਲ ਸਕਦੇ ਸੀ। ਜਦੋਂ ਅਸੀਂ ਦੇਖ ਲਿਆ ਕਿ ਹੁਣ ਇੱਥੇ ਵਾਪਸੀ ਨਹੀਂ ਹੋਣੀ, ਇਹਨਾਂ ਨੇ ਇਹੀ ਚੀਜ਼ ਨੂੰ, ਦੇਖੋ ਇੱਕ ਗਲਤੀ ਕਰ ਲੈਂਦਾ ਬੰਦਾ, ਹੋ ਜਾਂਦੀ ਹੈ ਇਨਸਾਨ ਤੋਂ, ਉਹ ਗਲਤੀ ਤੋਂ ਸਿੱਖਣਾ ਚਾਹੀਦਾ, ਆਪਣੀ ਗਲਤੀ ਨੂੰ ਸੁਧਾਰਨਾ ਚਾਹੀਦਾ ਤਾਂ ਕਿ ਦੁਬਾਰਾ ਨਾ ਹੋਏ। ਇਹ ਤਾਂ ਇੱਕ ਗਲਤੀ ਨੂੰ ਛੁਪਾਉਣ ਵਾਸਤੇ ਦੂਜੀ ਗਲਤੀ ਕਰ ਰਹੇ ਸੀ। ਸੋ 2 wrongs won't make 1 right। ਇਹਨਾਂ ਨੇ ਤਾਂ ਜਮਾਂ ਹੀ ਪੱਠਾ ਬਿਠਾਤਾ ਜੀ। ਮੈਂ ਜ਼ਿਕਰ ਕੀਤਾ ਕਿ ਹਮੇਸ਼ਾ ਇੱਥੇ ਮੰਨਿਆ ਜਾਂਦਾ ਕਿ ਸਮਝੌਤਾ ਹੋ ਜਾਂਦਾ ਹੈ। ਬਾਦਲ ਹੋਣੀ ਕੈਪਟਨ ਦੇ ਖਿਲਾਫ ਕਮਜ਼ੋਰ ਉਮੀਦਵਾਰ ਖੜਾ ਕਰ ਦਿੰਦੇ ਨੇ, ਕੈਪਟਨ ਹੋਣੀ ਉੱਥੇ ਬਾਦਲਾਂ ਦੇ ਖਿਲਾਫ ਕਮਜ਼ੋਰ ਉਮੀਦਵਾਰ ਖੜਾ ਕਰ ਦਿੰਦੇ ਨੇ। ਪਿਛਲੀ ਵਾਰ ਜਿਹੜਾ ਉਮੀਦਵਾਰ ਸੀ 17 ਦੇ ਵਿੱਚ ਹਰਪਾਲ ਜੁਨੇਜਾ, ਹਾਰ ਦਾ ਸਾਹਮਣਾ ਕਰਨਾ ਪਿਆ। ਕੀ ਕਾਰਨ ਲੱਗਦੇ ਨੇ ਕਿ ਇਸ ਵਾਰ ਵੀ ਫੇਰ ਉਹਨਾਂ ਨੂੰ ਟਿਕਟ ਦਿੱਤੀ ਗਈ? ਹਾਲਾਂਕਿ ਤੁਸੀਂ ਵੀ ਇੱਛਾ ਤਾਂ ਜਤਾ ਰਹੇ ਸੀ ਕਿ ਟਿਕਟ ਤੁਹਾਨੂੰ ਵੀ ਦਿੱਤੀ ਜਾਵੇ, ਤਾਂ ਤੁਹਾਨੂੰ ਕਿਉਂ ਨਜ਼ਰਅੰਦਾਜ਼ ਕੀਤਾ ਗਿਆ? ਔਰ ਮੈਂ ਪ੍ਰੋ ਪੰਜਾਬ ਟੀਵੀ ਦੇ ਉੱਤੇ ਹੀ ਸੁਖਬੀਰ ਬਾਦਲ ਬਿਆਨ ਦੇ ਰਹੇ ਸੀ, ਕਹਿੰਦੇ ਕਿ ਕੋਹਲੀ ਉਹਨਾਂ ਨੂੰ ਅਸੀਂ ਟਿਕਟਾਂ ਦਿੱਤੀਆਂ, ਉਹ ਹਾਰ ਗਏ। ਮੈਨੂੰ ਲੱਗਦਾ ਕਿ ਤੁਸੀਂ ਚੋਣ ਤਾਂ ਕਦੀ ਲੜੀ ਨਹੀਂ ਹੈਗੀ। ਦੇਖੋ ਜੀ, ਸੱਚਾਈ ਇਹ ਹੈ ਕਿ ਇੱਥੋਂ 2007 ਉਦੋਂ ਇਹਨਾਂ ਦਾ 36 ਦਾ ਅੰਕੜਾ ਸੀ, ਕੈਪਟਨ ਪਰਿਵਾਰ ਦਾ ਤੇ ਬਾਦਲ। 2010 ਦੇ ਵਿੱਚ ਇਹਨਾਂ ਦਾ ਸਮਝੌਤਾ ਹੋ ਗਿਆ। 2012 ਵਾਕ ਓਵਰ ਦਿੱਤਾ ਗਿਆ ਕੈਪਟਨ, ਸਾਨੂੰ ਕੋਈ ਪਾਰਟੀ ਨੇ ਸਪੋਰਟ ਨਹੀਂ ਕੀਤੀ। ਫਿਰ ਉਸ ਤੋਂ ਬਾਅਦ 2017 ਆਈ, 2022 ਆਈ ਖੜੀ ਆ ਹੁਣ ਇੱਥੇ। ਇਹਨਾਂ ਨੇ ਕੈਂਡੀਡੇਟ ਕਿਹੜੇ ਦਿੱਤੇ? ਇਸ ਵਾਰ ਸਾਨੂੰ ਟਿਕਟ ਇਸ ਕਰਕੇ ਨਹੀਂ ਦਿੱਤੀ ਕਿ ਅਸੀਂ ਉਹਨਾਂ ਦੇ ਪੈਰਾਮੀਟਰਸ ਤੇ ਖਰਾ ਨਹੀਂ ਉਤਰੇ। ਉਹਨਾਂ ਨੂੰ ਇਹ ਸੀ ਵੀ ਕੋਹਲੀ ਜਿਹੜਾ ਹੈ ਉਹ ਜੁਨੇਜੇ ਤੋਂ ਵੱਧ ਵੋਟ ਲੈ ਜਾਊਗਾ, ਉਹਨੂੰ ਆਪਦੀ ਉਹਦੀ ਪਰਸਨਲ ਵੋਟ ਹੈ। ਕੋਹਲੀ ਨੇ ਇਹਨਾਂ ਦਾ ਜਿਹੜਾ ਗਣਿਤ ਸੀਗਾ ਉਹ ਅਪਸੈਟ ਕਰਤਾ। ਕੋਹਲੀ ਜਿਹੜਾ ਹੈ ਆਮ ਆਦਮੀ ਪਾਰਟੀ ਜਿਹਦੀ ਵਿਚਾਰਧਾਰਾ ਹੈ, ਜਿਹੜੀ ਅੱਜ ਲੋਕਾਂ ਦੀ ਮਨਪਸੰਦ ਕਿਉਂ ਹੈ, ਕਿਸੇ ਕਾਰਨ ਕਰਕੇ ਹੋਈ ਹੋਣੀ ਨਾ ਜੀ। ਜੇ ਲੋਕਾਂ ਦਾ ਵਿਸ਼ਵਾਸ ਜਿੱਤਿਆ ਤਾਂ ਹੀ ਅੱਜ ਘਰ ਘਰ ਆਮ ਆਦਮੀ ਪਾਰਟੀ ਦੀ ਚਰਚਾ। ਕੋਹਲੀ ਨੇ ਇਹਨਾਂ ਦਾ ਅਰਿਥਮੈਟਿਕ ਜਿਹੜਾ ਹੈ ਉਹ ਅਪਸੈਟ ਕਰਤਾ। ਹੁਣ ਕੈਪਟਨ ਨੂੰ ਵੀ ਭਾਜਣਾ ਪੈ ਗਈਆਂ, ਸੁਖਬੀਰ ਨੂੰ ਵੀ ਭਾਜਣਾ ਪੈ ਗਈਆਂ। ਹੁਣ ਇਹ ਕਹਿੰਦੇ ਨੇ ਵੀ ਅਸੀਂ ਪਟਿਆਲੇ ਜਾ ਕੇ ਕੰਪੇਨ ਕਰੀਏ, ਕੋਈ ਫੇਸ ਸੇਵਿੰਗ ਰਹਿ ਜਾਵੇ ਸਾਡੀ। ਹਰਪਾਲ ਜੁਨੇਜਾ ਨੂੰ ਟਿਕਟ ਤਾਂ ਦਿੱਤੀ ਗਈ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਈਜ਼ੀ ਵਾਕ ਓਵਰ ਮਿਲ ਜੇ, ਇਸ ਕਰਕੇ ਟਿਕਟ ਦਿੱਤੀ ਗਈ ਸੀ। ਹਮੇਸ਼ਾ ਹੀ ਹੁੰਦਾ ਰਿਹਾ। ਪ੍ਰੇਮ ਸਿੰਘ ਚੰਦੂ ਮਾਜਰਾ ਜੀ, ਉਹ ਸ਼ਹਿਰ 'ਚੋਂ ਸਾਡੇ ਐਮਐਲਏ ਆਪਣਾ ਐਮਪੀ ਜਦੋਂ ਆਏ ਸੀ ਉਹ ਹਾਰੇ। ਦੀਪਿੰਦਰ ਢਿੱਲੋਂ ਉਹ ਹਾਰੇ। ਸੁਰਜੀਤ ਸਿੰਘ ਰਖੜਾ ਜੀ ਉਹ ਹਾਰੇ। ਹਰਪਾਲ ਜੁਨੇਜਾ ਜੀ ਦੇ ਫਾਦਰ ਸਾਹਿਬ ਸ਼੍ਰੀ ਭਗਵਾਨ ਦਾਸ ਜੁਨੇਜਾ ਜੀ ਉਹ ਹਾਰੇ। ਜੇ ਸਿੰਘ ਵੀ ਹਰਾਤਾ। ਜੇ ਸਿੰਘ ਹਾਰੇ। ਇਹ ਕਿਉਂ ਹਾਰਦੇ ਰਹੇ? ਅਕਾਲੀ ਦਲ ਜਿੱਤਿਆ ਜੀ, ਅਸੀਂ ਖੁਦ, ਸਾਡਾ ਪਰਿਵਾਰ 3 ਇਲੈਕਸ਼ਨਾਂ ਇੱਥੋਂ ਜਿੱਤਿਆ। ਜਦ ਇਹਨਾਂ ਦੀ ਗਣਧੁੱਪ ਹੋਈ ਹੈ, ਉਸ ਤੋਂ ਬਾਅਦ ਪਟਿਆਲੇ 'ਚ ਬਾਦਲ ਪਰਿਵਾਰ ਨੇ ਕੈਪਟਨ ਨੂੰ ਅੱਗੇ ਜਿਹੜੀ ਆ ਪ੍ਰਾਇਰਟੀ ਤੇ ਰੱਖਿਆ, ਪਾਰਟੀ ਨੂੰ ਬਲੀਦਾਨ ਦੇਤਾ ਪਾਰਟੀ ਦਾ ਸ਼ਹਿਰ 'ਚ। ਅੱਜ ਅਕਾਲੀ ਦਲ ਦਾ ਇਹ ਹਾਲ ਹੁੰਦਾ ਜੀ। ਅਕਾਲੀ ਦਲ ਦੀ ਕੋਈ ਮੀਟਿੰਗ ਹੋਵੇ, ਉਹਦੇ 'ਚ ਇੱਕ ਅਕਾਲੀ ਤਾਂ ਹੋਵੇ, ਕੋਈ ਅਕਾਲੀ ਹੁੰਦਾ ਹੀ ਨਹੀਂ ਜੀ। ਸਾਰੇ ਨਵੇਂ ਮੁੰਡੇ ਨੇ, ਸਾਰੀ ਨਵੀਂ, ਕੋਈ ਜਿਨ੍ਹਾਂ ਦੀ ਆਪਦੀ ਕੋਈ ਕੰਟਰੀਬਿਊਸ਼ਨ ਨਹੀਂ ਸਮਾਜ ਪ੍ਰਤੀ। ਤੇ ਅਕਾਲੀ ਦਲ ਦਾ ਉਧਰੋਂ ਕੈਪਟਨ ਸਾਹਿਬ ਨੇ ਦੇਖੋ ਲੰਬੀ ਜਾ ਕੇ ਇਲੈਕਸ਼ਨ ਕਿਉਂ ਲੜੀ? ਕੈਪਟਨ ਸਾਹਿਬ ਨੇ 4.5 ਸਾਲ ਅਕਾਲੀ ਦਲ ਨੂੰ ਕਿਉਂ ਸ਼ੀਲਡ ਕੀਤਾ? ਜਿਹੜੇ ਪਰਚੇ ਹੁਣ ਪੈ ਰਹੇ ਨੇ, ਜਿਹੜੇ ਖੁੱਲ੍ਹ ਰਹੀ ਨੇ, ਗੱਲਾਂ ਖੁੱਲ੍ਹ ਕੇ ਬਾਹਰ ਆ ਰਹੀਆਂ ਨੇ, 4.5 ਸਾਲ ਪਹਿਲਾਂ ਕਿਉਂ ਨਹੀਂ ਆਈਆਂ? ਨੀਅਤ ਨਹੀਂ ਸੀ। ਦੋਨੋਂ ਆਪਸ 'ਚ ਇੱਕ ਦੂਜੇ ਦੀ ਯੂ ਸਕ੍ਰੈਚ ਮਾਈ ਬੈਕ, ਆਈਲ ਸਕ੍ਰੈਚ ਯੋਰ ਬੈਕ, ਇਹ ਚੱਲਦਾ ਰਿਹਾ। ਮੂਰਖ ਜਿਹੜਾ ਹੈ ਇਹਨਾਂ ਦੋਨਾਂ ਪਾਰਟੀਆਂ ਨੇ ਰਲ ਕੇ ਪੰਜਾਬ ਨੂੰ ਪਟਿਆਲੇ ਦੇ ਮੁੱਦਿਆਂ ਉੱਤੇ ਆਉਂਦਾ ਕਿ ਲੋਕਾਂ ਨੂੰ ਕੀ ਮਿਲਣਾ ਹੈਗਾ, ਕਿਉਂਕਿ ਲੋਕ ਕਹਿੰਦੇ ਨੇ ਕਿ ਠੀਕ ਹੈ ਤੁਹਾਡੀ ਸਿਆਸਤ ਹੈਗੀ ਹੈ, ਤੁਸੀਂ ਆਪਸ 'ਚ ਰਲੇ ਹੋਏ ਹੋ, ਸਾਨੂੰ ਉਸ ਤੋਂ ਕੋਈ ਲੈਣਾ ਦੇਣਾ ਨਹੀਂ, ਸਾਡੇ ਵਾਸਤੇ ਕੀ ਕਰੋਗੇ? ਅਜੀਤਪਾਲ ਸਿੰਘ ਕੋਹਲੀ ਜੇਕਰ ਜਿੱਤਦੇ ਹੈਗੇ ਨੇ, ਸਭ ਤੋਂ ਪਹਿਲੇ ਅਜਿਹੇ ਕਿਹੜੇ 5 ਕੰਮ ਤੁਸੀਂ ਸੋਚ ਕੇ ਰੱਖੇ ਹੋਣਗੇ ਕਿ ਤੁਸੀਂ ਲੋਕਾਂ ਨੂੰ ਦਿਓਗੇ ਕਿ ਹਾਂ ਆਹ ਦੇਖੋ ਜੀ, ਆਹ ਭਾਵੇਂ ਕੈਪਟਨ ਅਮਰਿੰਦਰ ਸਿੰਘ ਸੀਐਮ ਫੇਸ ਸੀਗੇ, 4.5 ਸਾਲ ਉਹ ਸੀਐਮ ਰਹੇ, ਹਾਲਾਂਕਿ ਸਰਕਾਰ ਕਹਿੰਦੇ ਸਿਸਮਾਂ ਤੋਂ ਹੀ ਚੱਲੀ ਹੈ, ਉਰੇ ਤਾਂ ਨਜ਼ਰ ਨਹੀਂ ਆਏ, ਪਰ ਮੈਂ ਇੱਥੇ ਰਹੂੰਗਾ ਔਰ ਮੈਂ ਇਹ ਕੰਮ ਕਰੂੰਗਾ। ਤੁਸੀਂ ਕੀ ਭਰੋਸਾ ਜਤਾਉਂਦੇ ਹੋ? ਦੇਖੋ ਜੀ, ਸਭ ਤੋਂ ਪਹਿਲੀ ਗੱਲ, ਐਮਐਲਏ ਦਾ ਕੰਮ ਜਿਹੜਾ ਹੁੰਦਾ ਨਾ, ਉਹਨੂੰ ਆਪਾਂ ਕਿਸੇ ਦਾਇਰੇ ਦੇ ਵਿੱਚ ਨਾ ਰੱਖੀਏ। ਸਾਡੇ ਜਿੰਨੇ 20 ਸਾਲ ਤੋਂ ਜਿਹੜੇ ਐਮਐਲਏ ਰਹੇ ਨੇ, ਉਹਨਾਂ ਦਾ ਪਰਸਨਲ ਕਨੈਕਟ ਪਟਿਆਲੇ ਸ਼ਹਿਰ ਦੇ ਨਾਲ ਨਹੀਂ ਰਿਹਾ। ਇੱਕ ਐਮਐਲਏ ਨੂੰ ਰੀਚ ਕਰਨਾ ਆਮ ਸ਼ਹਿਰੀ ਵਾਸਤੇ ਇੰਨਾ ਕੀ ਜ਼ਰੂਰੀ ਹੈ ਜਿੰਨਾ ਇੱਕ ਡਾਕਟਰ ਨੂੰ, ਇੱਕ ਲਾਇਰ ਨੂੰ ਮਿਲਣਾ। ਹਰ ਸੁੱਖ ਦੁੱਖ ਦੇ ਵਿੱਚ ਸਾਂਝ ਪਾਣੀ ਇੱਕ ਐਮਐਲਏ ਦਾ ਫਰਜ਼ ਹੋਣਾ ਚਾਹੀਦਾ। ਉਹਦੀ ਡਿਊਟੀ ਹੈ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ, ਪਰ ਉਹਦਾ ਧਰਮ ਹੈ ਕਿ ਉਹ ਜਿਹੜਾ ਹੈ ਆਪਣੇ ਸ਼ਹਿਰ ਦੇ ਹਰ ਸੁੱਖ ਦੁੱਖ ਦੇ ਵਿੱਚ ਖੜੇ। ਜਦੋਂ ਕਿਸੇ ਸ਼ਹਿਰ ਵਾਸੀ ਨੂੰ ਲੋੜ ਹੋਵੇ ਤੇ ਉਹ ਸਭ ਤੋਂ ਮੂਹਰਲੀ ਕਤਾਰ 'ਚ ਅੱਗੇ ਖੜਿਆ ਹੋਣਾ ਚਾਹੀਦਾ ਵੀ ਹਾਂ ਮੈਂ ਇੱਥੇ ਖੜਾ ਤੇਰੇ ਨਾਲ, ਮੋਢੇ ਨਾਲ ਮੋਢਾ ਮਿਲਾ ਕੇ ਦੱਸ ਕੰਮ ਕੀ ਹੈ। ਸੋ ਉਹ ਪਰਸਨਲ ਕਨੈਕਟ ਤਾਂ 20 ਸਾਲਾਂ 'ਚ ਕਦੇ ਹੋਇਆ ਹੀ ਨਹੀਂ ਜੀ ਪਟਿਆਲੇ 'ਚ।
ਦੂਸਰੀ ਗੱਲ, ਪਟਿਆਲੇ ਦੇ ਵਿੱਚ ਅੱਜ ਲੋੜ ਹੈ ਇੱਕ ਕਾਉਂਸਲ ਦੀ, ਪਟਿਆਲਾ ਕਾਉਂਸਲ ਦੀ, ਜਿੱਥੇ ਹਰ ਵਾਕ ਆਫ ਲਾਈਫ ਤੋਂ, ਕੋਈ ਲਾਇਰ, ਕੋਈ ਸੋਸ਼ਲ ਵਰਕਰ, ਕੋਈ ਡਾਕਟਰ, ਕੋਈ ਇੰਜੀਨੀਅਰ, ਕੋਈ ਆਫਿਸਰ, ਇਸ ਤਰ੍ਹਾਂ ਦੇ ਕਾਉਂਸਲ ਸਿਆਣੇ ਬੰਦਿਆਂ ਦਾ ਹੋਵੇ, ਜਿਹੜਾ ਖੁਦ ਹਰ ਮਹੀਨੇ ਇੱਕ ਮੀਟਿੰਗ ਹੋਣੀ ਚਾਹੀਦੀ ਹੈ, ਉੱਥੇ ਡਿਸਕਸ਼ਨਸ ਹੋਣ, ਮਿੰਟਸ ਜਿਹੜੇ ਨੇ ਰਿਕਾਰਡ ਕੀਤੇ ਜਾਣ, ਉਹਦੇ ਤੇ ਕਾਰਵਾਈ ਹੋਵੇ, ਫਿਰ ਅਕਾਊਂਟੇਬਿਲਿਟੀ ਹੋਵੇ ਨੈਕਸਟ ਮੀਟਿੰਗ ਦੇ ਵਿੱਚ ਵੀ ਪਿਛਲਾ ਜਿਹੜਾ ਮੀਟਿੰਗ ਦੇ ਵਿੱਚ ਜੋ ਹੋਇਆ, ਡਿਸੀਜਨ ਲਏ ਗਏ, ਉਹ ਇੰਪਲੀਮੈਂਟ ਹੋਏ, ਕੀ ਸਟੇਟਸ ਹੈ। ਸੋ ਇੱਕ ਕਾਉਂਸਲ ਹੋਣਾ ਚਾਹੀਦਾ ਹੈ। ਸਿਟੀ ਦੀ ਡਿਵੈਲਪਮੈਂਟ ਉਹ ਪਟਿਆਲਾ ਸ਼ਹਿਰ ਵਾਸੀ ਰਲ ਕੇ ਕਰੀਏ, ਇਹ ਨਹੀਂ ਜਿੱਦਾਂ ਕੈਪਟਨ ਸਾਹਿਬ ਨੇ ਕਹਿਤਾ 208 ਕਰੋੜ ਰੁਪਏ 'ਚ ਛੋਟੀ ਨਦੀ ਉਹਦੀ ਸੁੰਦਰੀਕਰਨ ਕਰ ਦਿਓ। ਉਹ 208 ਕਰੋੜ ਰੁਪਇਆ ਜੇ 208 ਮਹੱਲੇ ਜਾਂ 208 ਕਾਲੋਨੀਜ਼ ਦੇ ਵਿੱਚ ਲੱਗਿਆ ਹੁੰਦਾ, 1-1 ਕਰੋੜ ਰੁਪਇਆ ਵੀ ਅੱਜ ਸ਼ਹਿਰ ਦੀ ਕਾਇਆਕਲਪ ਹੋਈ ਹੋਣੀ ਸੀ। ਉਹਦਾ ਲਗਾਏ ਦਾ ਕੀ ਫਾਇਦਾ ਜਿੱਥੇ ਜਾ ਕੇ ਨਾ ਕੋਈ ਵਾਕ ਕਰਨ ਜਾਏਗਾ ਤੇ ਨਾ ਕੋਈ ਸਾਈਕਲ ਕਰਨ ਜਾਏਗਾ। ਉੱਥੇ ਵਾਈ ਵੁੱਡ ਦੇ ਗੋ ਸਰ, ਕ੍ਰਿਮੇਸ਼ਨ ਗਰਾਊਂਡ ਨਾਲ ਹੈ, ਗਾਰਬੇਜ ਡੰਪ ਨਾਲ ਹੈ, 3 ਕਿਲੋਮੀਟਰਸ ਤੱਕ ਤਾਂ ਉਹਦੀ ਸਮੈਲ ਹੀ ਨਹੀਂ ਜਿਹੜੀ ਖਤਮ ਹੁੰਦੀ। ਸੋ ਦੀਜ਼ ਇਹ ਪ੍ਰਾਇਰਿਟੀ ਏਰੀਆਜ਼ ਨੇ। ਸੋਲਿਡ ਵੇਸਟ ਮੈਨੇਜਮੈਂਟ, ਇਟ ਹੈਜ਼ਨਟ ਟੇਕਨ ਆਫ ਦ ਵੇ ਇਟ ਸ਼ੁੱਡ ਹੈਵ ਬੀਨ। ਡੇਅਰੀ ਫਾਰਮਿੰਗ ਸ਼ਿਫਟਿੰਗ, ਉਹ ਵੀ ਗਲਤ, ਇੱਕ ਫਲॉड ਪਲਾਨ ਹੈਗਾ, ਉਹਨੂੰ ਸਟ੍ਰੀਮਲਾਈਨ ਕਰਨਾ। ਕਨਾਲ ਬੇਸਡ ਵਾਟਰ ਸਪਲਾਈ ਬੜਾ ਵੱਡਾ ਇੱਕ ਚੈਲੰਜ ਹੈ, ਉਹ ਲੈ ਕੇ ਹੀ ਆਉਣਾ ਪੈਣਾ, ਬਿਕੋਜ਼ ਉਹਦੇ ਬਿਨਾਂ ਸਾਡੀ ਕੋਈ ਗਤੀ ਨਹੀਂ ਹੋਣੀ। ਉਹਦੇ ਐਲਾਨ ਤਾਂ ਕਰ ਦਿੱਤਾ ਸੀ ਉਹਨਾਂ ਨੇ ਕਿ ਅਸੀਂ ਲੈ ਕੇ ਆਵਾਂਗੇ, ਪਾਣੀ ਦੀ ਸਮੱਸਿਆ ਹੱਲ ਹੋਵੇਗੀ। ਇਹ ਤਾਂ 2002 ਦੇ ਵਿੱਚ ਇਹਨਾਂ ਨੇ ਐਲਾਨ ਕੀਤਾ ਜਦੋਂ ਫਸਟ ਟਾਈਮ ਮੁੱਖ ਮੰਤਰੀ ਬਣੇ ਸੀ। ਉਸ ਤੋਂ ਬਾਅਦ ਜਿਹੜਾ ਹੈ ਲਿੰਬੋ ਜਿਹੜਾ ਵੱਡਾ ਪ੍ਰੋਜੈਕਟ ਹੈ ਜੀ, ਚੈਲੰਜਸ ਬਹੁਤ ਨੇ, ਬਟ ਨੀਅਤ ਨਹੀਂ ਸੀ, ਉਹ ਨਿਸ਼ਠਾ ਨਹੀਂ ਸੀ, ਉਹ ਡੈਡੀਕੇਸ਼ਨ ਨਹੀਂ ਸੀ ਕਿ ਹਾਂ ਦੇਖੋ ਸੀਐਮ ਮਾਲਕ ਹੁੰਦਾ ਪੰਜਾਬ ਦਾ ਜੀ, ਜੇ ਸੀਐਮ ਕੰਮ ਨਹੀਂ ਕਰਾ ਸਕਦਾ ਤੇ ਦੂਜਾ ਬੰਦਾ ਕੀ ਕਰਾਊਗਾ। ਲੱਗਦਾ ਕਿ 4.5 ਸਾਲ ਜਿਸ ਤਰੀਕੇ ਨਾਲ ਇਹ ਸੀਐਮ ਸਿਟੀ ਵਜੋਂ ਦੇਖਿਆ ਜਾਣਾ ਚਾਹੀਦਾ ਸੀਗਾ, ਉਸ ਦੀ ਨਿਖਾਰ ਬਦਲਣੀ ਚਾਹੀਦੀ ਸੀ। ਤੁਹਾਨੂੰ ਲੱਗਦਾ ਕਿ ਉਹ ਨਿਖਾਰ ਨਹੀਂ ਬਦਲੀ ਹੈਗੀ, ਉਹ ਨੁਹਾਰ ਇਹਦੀ ਨਹੀਂ ਵੇਖਣ ਨੂੰ ਮਿਲੀ? ਸਰ ਸੀਐਮ ਸਿਟੀ ਵਾਲੀ ਜੇ ਮੈਂ ਕਹਾਂਗਾ, ਅਸੀਂ ਤਾਂ ਸੋਚਦੇ ਸੀ ਵੀ ਸੀਐਮ ਸਾਡੇ ਸ਼ਹਿਰ ਦਾ ਬਣ ਗਿਆ, ਖੁਸ਼ਕਿਸਮਤੀ ਸਾਡੀ, ਬਟ ਇਹ ਖੁਸ਼ਕਿਸਮਤੀ ਨਹੀਂ, ਇਹ ਤਾਂ ਬਦਕਿਸਮਤੀ ਬਣ ਗਈ। ਅੱਜ ਸ਼ਹਿਰ ਤੁਸੀਂ ਦੇਖ ਕੇ ਆਓ ਕਿਹੜਾ ਪ੍ਰੋਜੈਕਟ ਇਹਨਾਂ ਨੇ ਪੂਰਾ ਕੀਤਾ। ਇੱਕ ਲਿਸਟ ਕਰ ਦੇਣ ਵੀ ਆਹ ਮੇਰੀ ਦੇਣ ਹੈ ਪਟਿਆਲੇ ਸ਼ਹਿਰ ਨੂੰ। ਸਰ ਹੀ ਹੈਜ਼ ਰਿਮੇਨਡ ਸੀਐਮ ਫॉर 10 ਇਅਰਸ, ਇਹਨਾਂ ਦੇ ਵਾਈਫ ਵਿਦੇਸ਼ ਰਾਜ ਮੰਤਰੀ ਬਣੇ ਸੀ। ਇਹ ਤਾਂ ਕੋਈ ਇੰਡਸਟਰੀ, ਕੋਈ ਫੈਕਟਰੀ ਨਹੀਂ ਇੱਥੇ ਲਗਾ ਸਕੇ ਜਿਹੜਾ ਬੱਚਾ ਨੌਕਰੀ ਲੱਗ ਸਕਦਾ, ਕਿਸੇ ਘਰ 'ਚ ਖੁਸ਼ੀ ਬਰਕਤ ਆ ਜਾਂਦੀ। ਇਹਨਾਂ ਦੀ ਕੰਟਰੀਬਿਊਸ਼ਨ ਕੀ ਹੈ? ਵਾਟ ਹੈ? ਕਹਿੰਦੇ ਧਰਨੇ ਮੁਜ਼ਾਹਰੇ ਜ਼ਿਆਦਾ ਹੋਏ ਨੇ ਇੱਥੇ। ਸਰ 1832 ਦੀ ਤਾਂ ਲਿਸਟ ਮੇਰੇ ਕੋਲ ਆਈ ਹੋਈ ਹੈ ਜੀ ਆਰਟੀਏ ਦੇ ਵਿੱਚ, ਕਿ 4.5 ਸਾਲਾਂ 'ਚ 1832 ਧਰਨੇ ਪਟਿਆਲੇ ਸ਼ਹਿਰ 'ਚ ਲੱਗੇ ਨੇ। ਸੋ ਮੈਂ ਇੱਕ ਗੱਲ ਕਹਾਂਗਾ ਜੀ, ਉਹਨਾਂ ਦੀ ਏਜ 83 ਹੈ, ਉਹਨਾਂ ਦੀ ਸਿਹਤ ਠੀਕ ਨਹੀਂ ਰਹਿੰਦੀ। ਫਿਰ ਇੱਕ ਬਤੌਰ ਉਹ ਕਹਿੰਦੇ ਮੈਂ ਫਿੱਟ ਹਾਂ ਪੂਰਾ, ਕੈਪਟਨ ਕਹਿੰਦੇ ਮੈਂ weight ਵੀ ਘਟਾ ਲਿਆ, ਕਹਿੰਦੇ ਮੈਂ ਪੂਰਾ ਫਿੱਟ ਵੀ ਹਾਂ, ਪੰਜਾਬ ਵੀ ਚਲਾ ਸਕਦਾ, ਡਬਲ ਇੰਜਨ ਦੀ ਸਰਕਾਰ ਬਣ ਰਹੀ ਹੈ। ਸਰ ਛੱਡਿਆ ਕਰੋ ਜੀ, ਤੁਸੀਂ 63 ਸਾਲ ਦੀ ਉਮਰ 'ਚ ਪਹਿਲੇ ਸੀਐਮ ਬਣੇ, ਫਿਰ 78 ਸਾਲ ਦੀ ਉਮਰ ਸੀਐਮ ਬਣੇ। ਤੁਸੀਂ ਤਾਂ ਜਾ ਕੇ ਬੈਠ ਗਏ ਸਿਸਵਾ ਫਾਰਮ ਜੀ, ਤੁਸੀਂ ਪਟਿਆਲਾ ਤੋਂ ਡਿਸਕਨੈਕਟ ਹੋ ਗਏ, ਪੰਜਾਬ ਦਾ ਬੇੜਾ ਗਰਕ ਕਰਤਾ। ਯੂ ਸੈਡ ਤੁਸੀਂ ਘਰ ਘਰ ਨੌਕਰੀ ਦਿਓਗੇ। ਉਹਨਾਂ ਨੇ ਕਿਹਾ ਕਿ ਮੈਂ ਅਨਇੰਪਲੋਇਮੈਂਟ ਭੱਤਾ ਦਿਆਂਗਾ 2500 ਦਾ, ਉਹਨਾਂ ਨੇ ਕਿਹਾ ਮੈਂ ਸਮਾਰਟਫੋਨਸ ਦਿਆਂਗਾ, ਉਹਨਾਂ ਨੇ ਸਹੁੰ ਖਾ ਕੇ ਕਹਿਤਾ ਕਿ ਮੈਂ ਨਸ਼ਾ ਮੁਕਤ ਕਰਾਂਗਾ। ਇਹਨਾਂ 'ਚੋਂ ਕਿਹੜੀ ਚੀਜ਼ ਹੋਈ ਹੈ? ਤੁਹਾਨੂੰ ਆਪ ਨੂੰ ਪਤਾ ਗਗਨ ਜੀ, ਤੁਸੀਂ ਯੂ ਟਰਾਂਸਵਰਸ ਪੂਰਾ ਪੰਜਾਬ ਕੱਲੇ ਕੋਨੇ 'ਚ ਜਾਂਦੇ ਹੋ, ਇਹਨਾਂ ਚਾਰਾਂ ਚੀਜ਼ਾਂ 'ਚੋਂ ਦੱਸੋ ਕਿਹੜੀ ਚੀਜ਼ ਪੂਰੀ ਹੋਈ? ਕਾਂਗਰਸੀ ਆਪ ਮੰਨਦੇ ਨੇ, ਕਹਿੰਦੇ ਨਹੀਂ ਹੋਇਆ ਹੈਗਾ, ਪਰ ਕੈਪਟਨ ਕਹਿੰਦੇ 93% ਵਾਅਦੇ ਮੈਂ ਪੂਰੇ ਕਰ ਦਿੱਤੇ। ਉਹ ਕਿਹੜੇ ਵਾਅਦੇ ਨੇ? ਮੈਂ ਤਾਂ ਹੀ ਪੁੱਛਦਾ ਕਿ ਪਟਿਆਲੇ ਨਜ਼ਰ ਆਉਂਦੇ ਨੇ ਕੋਈ ਵਾਅਦੇ ਉਹ ਪੂਰੇ ਹੋਏ? ਸਰ ਮੈਂ ਨਾ ਇਸ ਵਾਰੀ ਇਲੈਕਸ਼ਨ 'ਚ ਸੱਚੀ ਆਈ ਵਾਸ ਲੁਕਿੰਗ ਫਾਰਵਰਡ ਟੂ ਕਿ ਇੱਕ ਡਿਬੇਟ ਹੋਣੀ ਚਾਹੀਦੀ ਸੀ, ਜਿਵੇਂ ਹੁੰਦੀ ਅਕਸਰ ਡਿਬੇਟਸ ਕਰਦੇ ਹੋ ਤੁਸੀਂ ਚੈਨਲਸ ਵਾਲੇ, ਵੀ ਕੈਪਟਨ ਸਾਹਿਬ ਆਉਣ ਇੱਕ ਵਾਰੀ ਡਿਬੇਟ ਤੇ ਬਾਕੀ ਕੈਂਡੀਡੇਟਸ ਆਉਣ, ਫਿਰ ਉਹਨਾਂ ਨੂੰ ਸਵਾਲ ਕਰਕੇ ਥੋੜਾ ਜਿਹਾ ਸਾਨੂੰ ਵੀ ਹੁੰਦਾ ਵੀ ਹਾਂ ਚਲੋ ਅਸੀਂ ਆਪਣੇ ਦਿਲ ਦਾ, ਪਟਿਆਲਾ ਵਾਸੀਆਂ ਵੱਲੋਂ ਦਿਲ ਦਾ ਰੋਸ ਕੱਢ ਲਿਆ। ਖਾਬ ਤੁਹਾਡਾ ਕਦੀ ਪੂਰਾ ਹੋ ਸਕਦਾ, ਕੈਪਟਨ ਦਾ ਆਪਣੇ ਵਿਧਾਇਕਾਂ ਨੂੰ ਨਹੀਂ ਮਿਲਦੇ ਹੈਗੇ, ਡਿਬੇਟ 'ਚ ਕਿੱਥੇ ਹੋਣਗੇ? ਸਰ ਇਸ ਵਾਰੀ ਦੇਖੋ ਕੈਪਟਨ ਸਾਹਿਬ ਅਮਿਤ ਸ਼ਾਹ ਦੀ ਰੈਲੀ ਕਰਾਉਣ ਨੂੰ ਮਜਬੂਰ ਹੋ ਗਏ। ਇਸ ਵਾਰ ਕੈਪਟਨ ਸਾਹਿਬ ਜਿਹੜਾ ਹੈਗਾ ਘਰ ਘਰ ਜਾ ਰਹੇ ਨੇ, ਹੁਣ ਨੁੱਕੜ ਮੀਟਿੰਗਾਂ ਵੀ ਅਟੈਂਡ ਕਰਨ ਲੱਗ ਗਏ। ਕੈਪਟਨ ਸਾਹਿਬ ਨੂੰ ਐਕਚੁਅਲੀ ਸੈਟਬੈਕ ਬਹੁਤ ਪਹੁੰਚਿਆ। ਕਾਂਗਰਸ ਦਾ ਵਰਟੀਕਲ ਸਪਲਿਟ ਹੈ, ਕਾਂਗਰਸ 50-50 ਵੰਡੀ ਗਈ। ਉਸ ਤੋਂ ਇਲਾਵਾ ਕੈਪਟਨ ਸਾਹਿਬ ਨੂੰ ਜਿਹੜੇ ਉਹਨਾਂ ਦੇ ਪੋਲ ਮੈਨੇਜਰ ਸੀ ਸਰਦਾਰ ਭਰਤਿੰਦਰ ਸਿੰਘ ਚਹਿਲ ਜੀ, ਉਹ ਆਪਣੇ ਬੇਟੇ ਦੀ ਇਲੈਕਸ਼ਨ ਲੜਾ ਰਹੇ ਨੇ। ਜਿਹੜਾ ਉਹਨਾਂ ਦਾ ਕੰਪੇਨ ਮੈਨੇਜਰ ਸੀ ਸੰਜੀਵ ਕੁਮਾਰ ਬਿੱਟੂ ਮੇਅਰ, ਜਿਹੜੇ ਉਹ ਆਪਣੀ ਇਲੈਕਸ਼ਨ ਲੜ ਰਹੇ ਨੇ। ਮਹਾਰਾਣੀ ਪ੍ਰਨੀਤ ਕੌਰ ਜੀ ਡਾਈਸੀ ਸੀ, ਉਹ ਪਿਛਲੇ 2 ਦਿਨਾਂ ਤੋਂ ਬਾਹਰ ਆਏ ਨੇ ਜਦ ਹਫਤਾ ਰਹਿ ਗਿਆ ਇਲੈਕਸ਼ਨ ਦਾ। ਹੀ ਡਜ਼ਨਟ ਹੈਵ ਅ ਟੀਮ। ਅੱਧੇ ਐਮਸੀ ਜਿਹੜੇ ਸ਼ਹਿਰ ਦੇ ਸੀ ਉਹ ਕਾਂਗਰਸ 'ਚ ਨੇ। ਪੀਐਲਸੀ ਸਿਰਫ ਤੇ ਸਿਰਫ ਜਿਹੜਾ ਹੈਗਾ ਮਨੀ ਜਿਹੜਾ ਹੈ ਉਹਨਾਂ ਦਾ ਪੈਸੇ ਦੀ ਗੇਮ ਚੱਲ ਰਹੀ ਹੈ, ਔਰ ਕੁਝ ਨਹੀਂ ਬਚਿਆ ਜੀ। ਔਰ ਦੇਖਿਓ ਮਾਰਕ ਮਾਈ ਵਰਡਸ, ਲੋਕ ਉਹਨਾਂ ਦਾ ਲਾਲਚ ਇਸ ਵਾਰੀ ਠੁਕਰਾਣਗੇ। ਉਹਨਾਂ ਦੇ ਲਾਲਚ ਦੇ ਉੱਤੇ ਵੋਟ ਜਿਹੜੀ ਹੈ ਇਸ ਵਾਰੀ ਚੇਂਜ ਨਹੀਂ ਹੋਣੀ। ਬੜੀ ਕੋਸ਼ਿਸ਼ ਕਰ ਰਹੇ ਨੇ, ਦੇ ਆਰ ਟਰਾਈਂਗ ਟੂ ਮੈਨੀਪੂਲੇਟ ਵੋਟਸ।
ਉਹ ਨਹੀਂ ਹੋਣਾ ਇਸ ਵਾਰੀ, ਬਿਕੋਜ਼ ਲੋਕਾਂ ਦੇ ਦਿਲ 'ਚ ਗੱਲ ਕਰ ਕਰ ਚੁੱਕੀ ਹੈ ਵੀ 20 ਸਾਲ ਜਿਹੜੇ ਬੰਦੇ ਨੇ ਕੁਝ ਨਹੀਂ ਦਿੱਤਾ ਸ਼ਹਿਰ ਨੂੰ, ਉਹ ਹੁਣ ਇੱਕ PLC ਦਾ MLA ਬਣ ਕੇ ਇਹਨਾਂ ਨੇ ਤਾਂ ਜਿਹੜੇ 5 ਸਾਲ ਪਿਛਲੇ ਨਿਕਲੇ ਨੇ ਉਸ ਤੋਂ ਵੀ 72 5 ਸਾਲ ਹੋਣਗੇ ਜੇ ਕੈਪਟਨ ਅਮਰਿੰਦਰ ਨੂੰ ਵੋਟ ਪੈਂਦੀ ਹੈ। ਕਦੇ ਘਰ ਘਰ ਦੇ ਵਿੱਚ ਗੱਲ ਇਹ ਵਸ ਚੁੱਕੀ ਹੈ। ਉੱਥੇ ਹੀ ਮੁੱਖ ਮੰਤਰੀ CM ਚਰਨਜੀਤ ਸਿੰਘ ਚੰਨੀ, ਉਹਨਾਂ ਨੇ ਤਾਂ ਗਾਣਾ ਹੀ ਕੱਢਤਾ, ਕਹਿੰਦੇ ਘਰ ਘਰ ਦੇ ਵਿੱਚ ਚੱਲੀ ਗੱਲ, ਚੰਨੀ ਕਰਦਾ ਮਸਲੇ ਹੱਲ। ਹੁਣੇ ਮੈਂ ਜਦੋਂ ਆ ਰਿਹਾ ਸੀ ਇੱਥੇ ਵੀ ਆਟੋ 'ਤੇ ਘੁੰਮ ਰਿਹਾ ਸੀ, ਗਾਣਾ ਲੱਗਿਆ ਹੋਇਆ ਸੀਗਾ। ਕਾਂਗਰਸ ਦਾ ਇੱਥੇ ਕੀ ਇਸ ਵੇਲੇ ਵਕਾਰ ਦੇਖਦੇ, ਕਿਉਂਕਿ ਕਾਂਗਰਸ ਦਾ ਗੜ ਮੰਨਿਆ ਜਾਂਦਾ ਸੀ ਪਟਿਆਲਾ ਕਿਸੇ ਵੇਲੇ, ਪਰ ਕੈਪਟਨ ਹੁਣ ਵੱਖ ਹੋ ਗਏ ਨੇ, ਤਾਂ ਕੀ ਲੱਗਦਾ ਉਹ ਆਪਣਾ ਵਕਾਰ ਉਸੇ ਤਰੀਕੇ ਨਾਲ ਕਾਇਮ ਕਰ ਪਾਉਣਗੇ? ਵਿਸ਼ਨੂੰ ਸ਼ਰਮਾ ਨੂੰ ਦਿੱਤੀ ਹੈ ਟਿਕਟ, ਹਾਲਾਂਕਿ ਉਹ ਵੀ ਸਾਬਕਾ ਮੇਅਰ ਰਹੇ ਹੈਗੇ ਨੇ, ਤੁਸੀਂ ਵੀ ਸਾਬਕਾ ਮੇਅਰ ਹੋ, ਦੋ ਮੇਅਰਾਂ ਦੇ ਵਿਚਕਾਰ ਮੁਕਾਬਲਾ ਹੈ, ਕੰਮਾਂ ਨੂੰ ਉਹਨਾਂ ਨੂੰ ਵੀ ਦੇਖਿਆ ਜਾਊਗਾ, ਤੁਹਾਡੇ ਨੂੰ ਵੀ ਵੇਖਿਆ ਜਾਊਗਾ। ਕਾਂਗਰਸ ਦੀ ਇਸ ਵੇਲੇ ਸਿਚੁਏਸ਼ਨ ਕੀ ਨਜ਼ਰ ਆ ਰਹੀ? ਸਰ ਦੇਖੋ, ਕਾਂਗਰਸ ਨਾ, ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ, ਕਾਂਗਰਸ ਜਿਹੜੀ ਕੰਬਾਈਨਡ ਸੀਗੀ ਉਹ ਤਾਂ ਇੱਕ ਬਹੁਤ ਜਿਹੜੀ ਹੈ ਸੋਲਿਡ ਪੋਜੀਸ਼ਨ ਸੀ। ਆ ਜਿਹੜਾ ਸਪਲਿਟ ਹੋਇਆ ਨਾ, ਉਹਨੇ ਬਿਲਕੁਲ ਹੀ 50-50 ਵੀਕਨ ਕਰਤਾ ਉਹਨਾਂ ਨੂੰ। ਪਰ ਇੰਨਾ ਕਮਜ਼ੋਰ ਉਮੀਦਵਾਰ ਕਿਉਂ ਲਾਣਿਆ ਗਿਆ? ਜਿੱਥੇ ਮੰਗ ਉੱਠ ਰਹੀ ਸੀਗੀ ਕਿ ਬ੍ਰਹਮਿੰਦਰਾ ਨੂੰ ਟਿਕਟ ਦਿੱਤੀ ਜਾਵੇ, ਲਾਲ ਸਿੰਘ ਕਹਿ ਰਹੇ ਸੀ ਮੈਨੂੰ ਇੱਕ ਵਾਰ ਮੌਕਾ ਦੇ ਦਿਓ, ਮੈਂ ਜ਼ਮਾਨਤ ਜ਼ਬਤ ਕਰਾ ਦੂੰਗਾ, ਤਾਂ ਕੀ ਲੱਗਦਾ ਕੰਪਰੋਮਾਈਜ਼ ਇੱਥੇ ਵੀ ਕੁਝ ਹੋਇਆ ਹੈਗਾ? ਸਰ ਦੇਖੋ, ਤੁਸੀਂ ਵਿਸ਼ਨੂੰ ਸ਼ਰਮਾ ਜੀ ਨੂੰ ਕਮਜ਼ੋਰ ਤੁਸੀਂ ਕਹਿ ਰਹੇ ਹੋ, ਬਟ ਆਈ ਫੀਲ ਕਿ ਉਹ ਪੁਰਾਣੇ ਬੰਦੇ ਨੇ। ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾ ਹੁੰਦੀ ਹੈ, ਕਿਉਂਕਿ ਅਸੀਂ ਉਸੇ ਤਰੀਕੇ ਦੇ ਨਾਲ ਪਰਸੈਪਸ਼ਨ ਲੋਕਾਂ ਦੀ ਜੱਜ ਕਰਦੇ ਹੈਗੇ ਆ। ਜੋ ਲੋਕ ਕਹਿੰਦੇ ਨੇ, ਪਟਿਆਲਾ ਦੇ ਕਹਿ ਰਹੇ ਨੇ ਕਿ ਜੋ ਸਟਰੋਂਗ ਉਮੀਦਵਾਰ ਹੋਣਾ ਚਾਹੀਦਾ ਸੀ ਉਹ ਨਹੀਂ ਉਤਾਰਿਆ ਗਿਆ। ਨਹੀਂ ਦੇਖੋ, ਮੈਂ ਇਹ ਗੱਲ ਕਹਾਂਗਾ ਜੀ, ਮੇਰਾ ਆਪਣਾ ਜੋ ਮੰਨਣਾ ਹੈ, ਵਿਸ਼ਨੂੰ ਸ਼ਰਮਾ ਜੀ ਲੋਕਲ ਨੇ, ਪਟਿਆਲੇ ਦੇ ਨੇ। ਇਹ ਦੋਨੋਂ ਜਿਹੜੇ ਸ਼੍ਰੀ ਬ੍ਰਹਮਿੰਦਰਾ ਜੀ ਤੇ ਨਵਜੋਤ ਸਿੱਧੂ ਜੀ ਦੀ ਗੱਲ ਕਰ ਰਹੇ ਸੀ, ਉਹਨਾਂ ਦਾ ਪਟਿਆਲੇ ਨਾਲ ਜਿਹੜਾ ਹੈ ਇੰਨਾ ਨਹੀਂ ਰਿਹਾ, ਕਿਉਂਕਿ ਪਟਿਆਲਾ 2 ਤੋਂ ਰਹੇ ਬ੍ਰਹਮਿੰਦਰਾ ਜੀ, ਉਸ ਤੋਂ ਪਹਿਲਾਂ ਸਮਾਣਾ ਰਹੇ। ਹੀ ਹੈਜ਼ ਬੀਨ ਕੱਟ ਆਫ ਫਰੋਮ ਪਟਿਆਲਾ ਫॉर ਅ ਵੈਰੀ ਲੌਂਗ ਟਾਈਮ। ਨਵਜੋਤ ਸਿੱਧੂ ਜੀ ਵੀ ਜਿਹੜਾ ਹੈ ਅੰਮ੍ਰਿਤਸਰ ਦਾ ਪਹਿਲਾਂ ਹੀ ਕਹਿ ਚੁੱਕੇ ਸੀ। ਸੋ ਹੀ ਇਜ਼ ਅ ਲੋਕਲ ਬॉय, ਲੋਕਲ ਮੈਨ ਰਾਦਰ ਆਈ ਵੁੱਡ ਸੇ, ਕਿ ਉਹ ਕਾਂਗਰਸ ਦਾ ਜਿਹੜਾ ਕਮਿਟਡ ਕਾਡਰ ਹੈਗਾ, ਚਾਹੇ ਉਹ ਅੱਧਾ ਰਹਿ ਗਿਆ, ਉਨੇ ਕੁ ਵਿਸ਼ਨੂੰ ਜੀ ਜਿਹੜਾ ਹੈਗਾ ਉਹਨਾਂ ਕੰਸੋਲੀਡੇਸ਼ਨ ਦੇ ਵਿੱਚ ਰਹਿਣਗੇ, ਵੀ ਜਿਹੜੀ ਕਮਿਟਡ ਕਾਂਗਰਸ ਦੀ ਇੰਟੀਰੀਅਰ ਦੇ ਵਿੱਚ ਵੋਟ ਸੀ ਉਹ ਉਹਨਾਂ ਦੀ ਰਹੇਗੀ। ਲੋਕ ਜਿਹੜੇ ਨੇ, ਜਿਹੜੇ ਕਾਂਗਰਸੀ ਪੱਕੇ ਰਹੇ ਨੇ, ਉਹ ਕੈਪਟਨ ਅਮਰਿੰਦਰ ਸਿੰਘ ਨੂੰ ਵੋਟ ਨਹੀਂ ਪਾਣਗੇ। ਉਹ ਕਦੇ ਵੀ ਜਿਹੜਾ ਹੈ ਹਾਕੀ ਦੇ ਨਿਸ਼ਾਨ ਦੇ ਉੱਤੇ ਮੋਹਰ ਨਹੀਂ ਲਗਾਉਣਗੇ, ਉਹਨਾਂ ਨੂੰ ਸਿਰਫ ਹੱਥ ਪੰਜਾ ਦਿਖਦਾ ਹੈ। ਸੈਕਿੰਡ, ਵਿਸ਼ਨੂੰ ਸ਼ਰਮਾ ਜੀ ਨੂੰ ਡੈਂਟ ਕਿਸ ਚੀਜ਼ ਦਾ ਪੈ ਰਿਹਾ ਕਿ ਉਹਨਾਂ ਦੇ ਨਾਲ ਉਹਨਾਂ ਦਾ ਲੋਕਲ ਕਾਡਰ ਨਹੀਂ ਚੱਲ ਰਿਹਾ, ਜਿਹੜੇ ਕਾਂਗਰਸ ਦੇ MC ਸੀਗੇ ਉਹ ਨਹੀਂ ਨਾਲ ਚੱਲ ਰਹੇ। ਨਾਲੇ ਕਿਸ਼ਨ ਚੰਦ ਬੁੱਧੂ ਜੀ ਸੀਗੇ, ਉਹ ਇਜ਼ ਅ ਨੋਨ ਫੇਸ ਇਨ ਪਟਿਆਲਾ, ਪੁਰਾਣਾ 92 ਤੋਂ MC ਚੱਲਦੇ ਆ ਰਹੇ ਨੇ, ਤੇ ਬੜਾ ਅੱਛਾ ਉਹਨਾਂ ਦਾ ਬਖਸ਼ ਹੈ, ਉਹ ਵੀ ਛੱਡ ਗਏ। ਰਾਕੇਸ਼ ਗੁਪਤਾ ਜੀ ਵਪਾਰ ਮੰਡਲ ਵਾਲੇ ਸੀ, ਉਹ ਵੀ ਛੱਡ ਗਏ ਇਹਨਾਂ ਨੂੰ। ਕੇ ਸਹਿਗਲ ਜੀ ਸੀਗੇ, ਉਹ ਵੀ ਛੱਡ ਗਏ। ਸੋ ਕਾਂਗਰਸ ਜਿਹੜੀ ਹੈ ਉਹ ਛੱਡ ਰਹੀ ਹੈ। ਦੇ ਨੋ ਇਟਸ ਅ ਸਿੰਕਿੰਗ ਬੋਟ, ਉਹ ਹੁਣ ਨਹੀਂ ਉਸ 'ਚ ਕੋਈ ਸਵਾਰ ਹੋਣਾ ਚਾਹੁੰਦਾ। ਤੇ ਮੇਰੇ ਹਿਸਾਬ ਨਾਲ ਚੰਨੀ ਉਹਨਾਂ ਦੀ ਜਿਵੇਂ ਸਵਾਲ ਕੀਤਾ ਸੀ ਉਸ ਤੇ ਹੀ ਆਉਣਾ ਹੈਗਾ, ਕੀ ਲੱਗਦਾ CM ਚੰਨੀ ਨੂੰ ਦੁਬਾਰਾ ਮੁੱਖ ਮੰਤਰੀ ਐਲਾਨੇ ਜਾਣ ਤੋਂ ਬਾਅਦ ਕੋਈ ਅਸਰ ਦੇਖਦੇ? ਕਿਉਂਕਿ ਹਾਲਾਂਕਿ ਪਟਿਆਲਾ ਦੇ ਵਿੱਚ ਅਰਬਨ ਵੋਟਰਸ ਹੈਗੇ ਨੇ, ਉਹ ਕਹਿ ਰਹੇ ਕਿ ਅਸੀਂ ਦਲਿਤਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਹੈ, ਇੱਕ ਆਮ ਘਰ ਦਾ, ਇੱਕ ਗਰੀਬ ਘਰ ਦਾ ਅਸੀਂ CM ਦਿੱਤਾ ਹੈਗਾ, ਔਰ ਨਾਲ ਹੀ ਕਾਂਗਰਸ ਵਾਲੇ ਤੁਹਾਡੇ CM ਚਿਹਰੇ ਦੇ ਉੱਤੇ ਵੀ ਸਵਾਲ ਖੜੇ ਕਰਦੇ ਨੇ। ਉਹਨਾਂ ਦੇ ਜਿਸ ਤਰੀਕੇ ਦੇ ਨਾਲ ਉੱਤੇ ਇਲਜ਼ਾਮ ਲੱਗਦੇ ਨੇ, ਤੁਹਾਨੂੰ ਵੀ ਉਸ ਦੇ ਬਾਰੇ ਚੰਗਾ ਤਰੀਕੇ ਨਾਲ ਪਤਾ ਹੋਏਗਾ, ਇਹਨਾਂ ਚੀਜ਼ਾਂ ਨੂੰ ਕਿਵੇਂ ਵੇਖ? ਸਰ ਦੇਖੋ, ਤੁਸੀਂ 4 ਲੀਡਰਸ ਲੈ ਲਓ, ਕੈਪਟਨ ਅਮਰਿੰਦਰ ਸਿੰਘ ਜੀ, ਚੰਨੀ ਸਾਹਿਬ, ਭਗਵੰਤ ਮਾਨ ਜੀ ਤੇ ਸੁਖਬੀਰ ਸਿੰਘ ਬਾਦਲ। ਇਹਨਾਂ ਚਾਰਾਂ ਦੇ ਵਿੱਚੋਂ ਤੁਸੀਂ ਇਹ ਦੇਖਦੇ ਹੋ ਕਿ ਹੂ ਇਜ਼ ਅ ਮੈਨ ਹੂ ਇਜ਼ ਮੋਸਟ ਰਿਫਾਰਮਡ, ਦੈਟਸ ਭਗਵੰਤ ਮਾਨ। ਅੱਜ ਭਗਵੰਤ ਮਾਨ ਨੇ ਪਿਛਲੇ 2 ਸਾਲ ਦੇ ਵਿੱਚ ਇੱਕ ਰਿਫਾਰਮੇਸ਼ਨ ਲੈ ਕੇ ਆਏ ਨੇ, ਜਿਹੜੀ ਬਿਲਕੁਲ ਹੀ ਉਹਨਾਂ ਦਾ ਜਿਹੜਾ ਹੈ ਔਰਾ ਚੇਂਜ ਕਰਤਾ। ਅੱਜ ਇਹ ਕੰਪੇਨ ਜਿਹੜੀ ਹੈ ਉਹ ਪਰਸਨਲ ਅਟੈਕਸ ਤੇ ਆ ਗਈ, ਇੱਕ ਡਿਸਟੇਸਟਫੁਲ ਕੰਮ ਸ਼ੁਰੂ ਹੋ ਗਿਆ, ਰੈਟਰਿਕ ਬਣ ਗਿਆ, ਇੱਕ ਦੂਜੇ ਤੇ ਲਾਲਛਨਾ ਲਗਾਉਣ ਲੱਗ ਗਏ। ਭਗਵੰਤ ਮਾਨ ਓਨਲੀ ਸਪੋਕ ਅਬਾਊਟ ਪੰਜਾਬ, ਉਹਨੇ ਕੋਈ ਇੱਧਰ ਉੱਧਰ ਦੀ ਗੱਲ ਨਹੀਂ ਕੀਤੀ। ਸਾਡੀ ਜਿਹੜੀ 6 ਮਹੀਨੇ ਦੀ ਕੰਪੇਨ ਚੱਲ ਰਹੀ ਹੈ ਉਹ ਪੰਜਾਬ ਦੇ ਮੁੱਦਿਆਂ ਤੇ, ਪੰਜਾਬ ਨੂੰ ਕੀ ਡਿਵੈਲਪਮੈਂਟ ਦੇਣੀ ਹੈ ਉਸ ਤੇ ਹੁੰਦੀ ਰਹੀ। ਇਹ ਇੱਕ ਦੂਜੇ ਤੇ ਠੋਕੋ ਤਾਲੀ, ਚਵੰਨੀ ਸਾਹਿਬ, ਕੈਪਟਨ ਬਾਲ ਵਾਂਗੂ ਗੋਲ ਹੈ, ਇੱਕ ਕਹਿੰਦਾ ਤੈਨੂੰ ਭਗਵੰਤ ਸਿੰਘ ਦਾ ਪੁੱਤ ਬਣਾ ਕੇ ਭੇਜਾਂਗਾ, ਇਹ ਕਹਿੰਦਾ ਤੂੰ ਆਪਣੇ ਪਿਓ ਦਾ ਪੁੱਤ ਹੈ, ਤੈਨੂੰ ਇਹ ਕਰੂੰ। ਆਈ ਮੀਨ ਜੋ ਅੱਛੇ ਸਹਿਚਾਰ ਦੀਆਂ ਨਿਸ਼ਾਨੀਆਂ ਨੇ ਉਹ ਇਹਨਾਂ ਤਿੰਨਾਂ ਲੀਡਰਸ ਦੇ ਵਿੱਚ ਨਹੀਂ ਸੀਗੇ। ਸਿਰਫ ਇੱਕ ਭਗਵੰਤ ਮਾਨ ਜੀ, ਕਦੇ ਸੁਣਿਆ ਉਹਨਾਂ ਦੇ ਮੂੰਹ 'ਚੋਂ ਕਿਸੇ ਦੇ ਬਾਰੇ ਪਰਸਨਲ ਅਟੈਕ? ਹੀ ਇਜ਼ ਓਨਲੀ ਫੋਕਸਡ ਅਬਾਊਟ ਅਟੈਕ ਤਾਂ ਕਰ ਦਿੰਦੇ ਨੇ ਕੋਹਲੀ ਸਾਹਿਬ, ਉਹ ਵੀ ਹਾਲਾਂਕਿ ਉਹ ਕਮੇਡੀ ਕਰਕੇ ਜਾਣੇ ਜਾਂਦੇ ਨੇ, ਉਹ ਸਰਕਾਸਟਿਕ ਤਰੀਕੇ ਦੇ ਨਾਲ ਕਮੈਂਟ ਉਹ ਵੀ ਮਾਰ ਹੀ ਜਾਂਦੇ। ਗਗਨ ਜੀ ਦੇਖੋ, ਇੱਕ ਸਟਲ ਤਰੀਕਾ ਹੁੰਦਾ, ਇਟਸ ਪੋਲਿਟਿਕਸ, ਰਾਈਟ, ਵੀ ਹੈਵ ਟੂ ਸਕੋਰ ਪੁਆਇੰਟਸ, ਰਾਈਟ। ਇਹ ਜਿਹੜਾ ਹੈਗਾ ਉਹ ਇੱਕ ਸਟਲ ਤਰੀਕੇ ਨਾਲ, ਇੱਕ ਸਹਿਚਾਰ ਦੇ ਵਿੱਚ, ਇਹ ਨਹੀਂ ਕਿ ਕੈਪਟਨ ਅਮਰਿੰਦਰ ਸਿੰਘ ਦੇ ਬਾਰੇ ਸਿੱਧੂ ਸਾਹਿਬ ਕਹਿਣ ਕਿ
ਦੁੱਕੀ ਦਾ ਬੰਦਾ ਯਾਰ, ਆਈ ਮੀਨ ਨਹੀਂ, ਬਹੁਤ ਵੱਡੇ ਨੇ, ਸੀਨੀਅਰ ਨੇ, ਚਾਹੇ ਹੀ ਫੇਲਡ ਦ ਸਟੇਟ, ਬਟ ਆਪਾਂ ਆਪਣਾ ਸਹਿਚਾਰ ਨਾ ਭੁੱਲੀਏ। ਸਿੱਧੂ ਸਾਹਿਬ ਇੰਨੇ ਨਫੀਸ ਨੇ, ਐਡੇ ਐਜੂਕੇਟਡ ਨੇ, ਹੀ ਸੀਨ ਦ ਵਰਲਡ, ਇੰਨੇ ਇਜ਼ ਸੱਚ ਅ ਸੈਲੀਬ੍ਰਿਟੀ। ਇੱਕ ਮੈਸੇਜ ਲੋਕਾਂ ਵਾਸਤੇ, ਯੰਗ ਜਨਰੇਸ਼ਨ ਵਾਸਤੇ ਮੈਸੇਜ ਗਲਤ ਜਾਂਦਾ ਜੀ। ਜਿਹੜੀ ਗੱਲ ਹੈਗੀ ਆ, ਅਸੀਂ ਵੀ ਆਰ ਦ ਰੋਲ ਮਾਡਲਸ। ਅਸੀਂ ਪਬਲਿਕ ਆਪਣੇ ਬੱਚਿਆਂ ਨੂੰ ਇਹ ਥੋੜੀ ਸਿਖਾਵਾਂਗੇ ਘਰ 'ਚ ਕਿ ਇੱਦਾਂ ਬੋਲੋ ਆਪਣੇ ਬਜ਼ੁਰਗਾਂ ਨਾਲ। ਸੋ ਸਾਨੂੰ ਇੱਕ ਗਰਿਮਾ ਦੇ ਵਿੱਚ ਰਹਿਣਾ ਚਾਹੀਦਾ ਹੈ, ਅਸੀਂ ਸਾਨੂੰ ਉਲੰਘਣਾ ਨਹੀਂ ਕਰਨੀ ਚਾਹੀਦੀ। ਰਿਸਪੈਕਟਫੁਲ ਰਹੋ ਸਾਰਿਆਂ ਪ੍ਰਤੀ। ਕੋਈ ਕਿਸ ਤਰ੍ਹਾਂ ਦਾ ਹੈ ਉਹਦੀ ਆਪਦੀ ਉਹ ਪ੍ਰੋਗੇਟਿਵ ਹੈ, ਉਹਦੀ ਆਪਦੀ ਗੱਲਬਾਤ ਹੈ। ਅਸੀਂ ਹਰ ਕਿਸੇ ਵਾਸਤੇ ਰਿਸਪੈਕਟਫੁਲੀ ਗੱਲ। ਸਿਆਸੀ ਪਾਰਟੀਆਂ ਨੇ ਐਲਾਨ ਜ਼ਰੂਰ ਕੀਤੇ ਹੈਗੇ ਨੇ ਔਰ ਇਹ ਮੰਨਿਆ ਜਾ ਰਿਹਾ ਕਿ ਇਹ ਫ੍ਰੀ ਬੀਜ਼ ਦੀ ਇਲੈਕਸ਼ਨ ਹੈਗੀ ਹੈ। ਹਰ ਕੋਈ ਮੁਫਤਖੋਰੀ ਵਾਲੀ ਸਿਆਸਤ ਜਿਹੜੀ ਹੈਗੀ ਆ ਉਹ ਕਰਨਾ ਚਾਹ ਰਿਹਾ ਹੈਗਾ, ਐਲਾਨ ਕਰ ਰਿਹਾ ਹੈਗਾ। ਜੇ ਆਮ ਆਦਮੀ ਪਾਰਟੀ ਬਣਦੀ ਹੈਗੀ ਹੈ, ਪਟਿਆਲੇ ਦੇ ਵਿੱਚ ਕਿਹੜੀਆਂ ਉਹ ਗਰੰਟੀਆਂ ਨੇ ਜਿਹੜੀ ਪਹਿਲ ਦੇ ਆਧਾਰ ਦੇ ਉੱਤੇ ਤੁਹਾਡੇ ਵੱਲੋਂ ਲਾਗੂ ਕੀਤੀਆਂ ਜਾਣਗੀਆਂ, ਉਸ ਨੂੰ ਤਰਜੀਹ ਦਿੱਤੀ ਜਾਊਗੀ? ਦੇਖੋ ਜੀ, ਮੈਂ ਇੱਕ ਗੱਲ ਜਾਣਦਾ ਕਿ ਇਹ ਜਿਹੜਾ ਤੁਸੀਂ ਜਿਹਨੂੰ ਫ੍ਰੀਬੀਜ਼ ਕਹਿ ਰਹੇ ਹੋ ਇੱਥੇ, ਇਟਸ ਕਾਲਡ ਸੋਸ਼ਲ ਸਿਕਿਉਰਿਟੀ ਅਬਰੋਡ। ਸੋਸ਼ਲ ਸਿਕਿਉਰਿਟੀ ਬਾਹਰ ਵੀ ਹੁੰਦੀਆਂ ਨੇ, ਇੱਥੇ ਨਾਮ ਫ੍ਰੀਬੀਜ਼ ਦਾ ਦਿੱਤਾ ਗਿਆ। ਖਜ਼ਾਨੇ ਦਾ ਹਾਲ ਮਾੜਾ ਹੈ ਸਰ, ਖਜ਼ਾਨੇ ਦਾ ਹਾਲ ਮਾੜਾ ਨਹੀਂ ਹੈ ਸਰ, ਕੀਤਾ ਗਿਆ। ਸਾਡਾ ਖਜ਼ਾਨਾ ਖਾਲੀ ਹੋ ਨਹੀਂ ਸਕਦਾ ਸੀ, ਇਹਨਾਂ ਦੋਨੋਂ ਸਕਸੈਸਿਵ ਗਵਰਨਮੈਂਟਸ ਨੇ ਕੀਤਾ। ਅੱਜ ਦਿੱਲੀ ਇੱਕ ਐਸਾ ਸੂਬਾ ਹੈ ਪੂਰੇ ਹਿੰਦੁਸਤਾਨ 'ਚ ਜਿਹੜਾ ਇੰਨਾ ਕੁਝ ਦੇਣ ਤੋਂ ਬਾਅਦ ਫ੍ਰੀ ਹੈਲਥ ਕਵਰ ਸਰ 20 ਲੱਖ ਰੁਪਈਸ ਦਾ ਦਿੱਲੀ ਵਾਸੀ ਜਾ ਕੇ ਜਿੱਥੇ ਮਰਜ਼ੀ ਇਲਾਜ ਕਰਾ ਸਕਦੇ ਨੇ। LKG ਤੋਂ ਲੈ ਕੇ 12ਵੀਂ ਤੱਕ ਪੜ੍ਹਾਈ ਫ੍ਰੀ ਹੈ ਦਿੱਲੀ ਦੇ ਵਿੱਚ ਸੀ। ਐਜੂਕੇਸ਼ਨ ਸੈਕਟਰ ਦੇ ਵਿੱਚ ਇਹਨਾਂ ਚੇਂਜਸ ਆਈਆਂ ਨੇ। ਬਿਜਲੀ ਦੇ ਬਿੱਲ ਘਰਾਂ ਦੇ ਦੇਖੋ ਕਿੰਨੇ ਮਾਰਜਨਲਾਈਜ਼ ਨੇ ਸਰ। ਇੰਨਾ ਕੁਝ ਦੇਣ ਤੋਂ ਬਾਅਦ ਦਿੱਲੀ ਇੱਕੋ ਇੱਕ ਸੂਬਾ ਹੈ ਪੂਰੇ ਹਿੰਦੁਸਤਾਨ 'ਚ ਵਿਚ ਹੂਜ਼ ਬੈਲੈਂਸ ਸ਼ੀਟ ਇਜ਼ ਇਨ ਪਿੰਕ, ਉਹ ਪ੍ਰੋਫਿਟ 'ਚ ਹੈ। ਸਾਡੇ ਵਾਲੇ ਕੁਝ ਵੀ ਨਹੀਂ ਦੇ। ਸਟਰਕਚਰ ਵੀ ਬਹੁਤ ਜ਼ਿਆਦਾ ਹੈਗਾ ਉੱਥੇ, MNCs ਬਹੁਤ ਹੈਗੀਆਂ ਉੱਥੇ ਦਾ ਰੈਵਨਿਊ ਮਾਡਲ ਡਿਫਰੈਂਟ ਹੈਗਾ, ਆਪਣਾ ਪੰਜਾਬ ਦਾ ਰੈਵਨਿਊ ਮਾਡਲ ਡਿਫਰੈਂਟ ਹੈਗਾ। ਸਰ, ਆਪਣੇ ਪੰਜਾਬ ਦਾ ਰੈਵਨਿਊ ਮਾਡਲ ਡਿਫਰੈਂਟ ਨਹੀਂ ਹੈ ਸਰ, ਸਾਡਾ ਵੀ ਰੈਵਨਿਊ ਬੜਾ ਹੋਣਾ ਸੀ ਜੇ ਨਕਲੀ ਸ਼ਰਾਬ ਨਾ ਵਿਕਦੀ, ਜੇ ਰੇਤਾ ਨਾ ਮਾਈਨਿੰਗ ਹੁੰਦੀ, ਚੋਰਾਂ ਦੇ ਜਿਹੜੇ ਨਾਂ ਬਿਠਾਏ ਜਾਂਦੇ ਹੱਥ, ਜਿਹੜਾ ਹੈਗਾ ਸਾਡੇ ਨਸ਼ਾ ਨਾ ਇੱਥੇ। ਕਿਉਂਕਿ ਇਹ ਵੱਡੇ ਹੈਗੇ ਨੇ, ਇਸ ਦੇ ਉੱਤੇ ਅਜੇ ਤੱਕ ਠੱਲ ਨਹੀਂ ਪਈ। ਨਵਜੋਤ ਸਿੰਘ ਸਿੱਧੂ ਕਹਿੰਦੇ ਮੈਂ ਜੇ ਆਉਂਦਾ ਪੰਜਾਬ ਮਾਡਲ ਲਾਗੂ ਕਰਦਾ, ਕਹਿੰਦੇ ਮੈਂ ਠੱਲ ਪਾ ਸਕਦਾ, ਕਹਿੰਦੇ ਦਿੱਲੀ ਮਾਡਲ ਨਹੀਂ ਚੱਲਣਾ ਹੈਗਾ। ਸਰ, ਦਿੱਲੀ ਮਾਡਲ 101% ਚੱਲੇਗਾ, 101% ਚੱਲੇਗਾ ਔਰ ਕਾਮਯਾਬ ਹੋਏਗਾ। ਤੁਸੀਂ ਦੇਖਣਾ ਇਸ ਵਾਰੀ ਸਾਡੀ ਸਰਕਾਰ ਵੀ ਬਣੇਗੀ ਔਰ 5 ਸਾਲ ਬਾਅਦ ਦੁਬਾਰਾ ਜਦੋਂ ਲੋਕਾਂ ਦੇ ਵਿੱਚ ਜਾਵਾਂਗੇ ਨਾ, ਇਸ ਵਾਰੀ ਨਾਲੋਂ ਵੱਧ ਜਿਹੜਾ ਹੈ ਸਪੋਰਟ ਸਾਨੂੰ ਅਗਲੇ 5 ਸਾਲ 'ਚ ਮਿਲੂਗੀ, ਕਿਉਂਕਿ ਅਸੀਂ ਕੰਮ ਕਰਾਂਗੇ ਲੋਕਾਂ ਦੇ। ਜਿਹੜੀ ਗੱਲ ਤੁਸੀਂ ਪਟਿਆਲੇ ਦੀ ਕਰ ਰਹੇ ਸੀ ਨਾ ਪਹਿਲਾਂ ਕਿ ਵਾਟ ਆਰ ਦ ਪ੍ਰਾਇਰਿਟੀਜ਼, ਸਭ ਤੋਂ ਵੱਡੀ ਗੱਲ ਹੈ ਜੀ, ਪਟਿਆਲਾ ਹੈਗਾ ਗਵਰਨਮੈਂਟ EMPLOYEES ਦਾ ਸ਼ਹਿਰ। 18 ਆਪਾਂ ਪਹਿਲਾਂ ਗੱਲ ਕਰਕੇ ਹਟੇ, 1832 ਧਰਨੇ ਲੱਗੇ ਨੇ 4.5 ਸਾਲ। ਜਦੋਂ ਫਰਕ ਮੈਂ ਦੱਸਾਂ ਇੱਕ ਛੋਟਾ ਜਿਹਾ ਤੁਹਾਨੂੰ, ਜਦੋਂ ਸਾਡੇ ਟੀਚਰਸ ਫੁਹਾਰਾ ਚੌਂਕ ਧਰਨੇ ਤੇ ਬੈਠੇ ਸੀ, ਜਦੋਂ ਉਹਨਾਂ ਤੇ ਲਾਠੀ ਚਾਰਜ ਹੋ ਰਿਹਾ ਸੀ YPS ਚੌਂਕ 'ਚ, ਜਦੋਂ ਉਹ ਟੈਂਕੀਆਂ ਤੇ ਚੜ੍ਹੇ ਹੋਏ ਸੀ, ਕੇਜਰੀਵਾਲ ਸਾਹਿਬ ਆਪਣੇ ਸਰਕਾਰੀ ਟੀਚਰ ਨੂੰ ਸਿੰਗਾਪੁਰ ਤੇ ਇੰਗਲੈਂਡ ਭੇਜ ਰਿਹਾ ਸੀ ਟ੍ਰੇਨਿੰਗ ਵਾਸਤੇ। ਕੈਨ ਯੂ ਸੀ ਦ ਡਿਫਰੈਂਸ ਬਿਟਵੀਨ ਹੈਵਨ ਐਂਡ ਅਰਥ? ਇਹ ਸੋਚ ਹੁੰਦੀ ਹੈ, ਨੀਅਤ ਤੇ ਨੀਤੀ। ਸਭ ਤੋਂ ਪਹਿਲਾਂ ਮੇਰੀ ਪ੍ਰਾਇਰਿਟੀ ਹੈ ਕਿ ਗਵਰਨਮੈਂਟ EMPLOYEES ਦਾ ਜਿੰਨੇ ਪੈਂਡਿੰਗ ਇਸ਼ੂਜ਼ ਨੇ, ਪੈਨਸ਼ਨਰਸ ਨੇ ਸਰ, ਜਿਹੜੇ ਹੈ ਐਡਹੌਕ ਵਾਲੇ ਠੇਕੇਦਾਰੀ ਸਿਸਟਮ ਨੇ, ਉਹ ਸਾਰਿਆਂ ਨੂੰ ਸਾਨੂੰ ਐਡਰੈਸ ਕਰਨ ਦੀ ਲੋੜ ਹੈ ਪਹਿਲੇ ਨੰਬਰ ਤੇ। ਕੈਪਟਨ ਵੀ ਇਹੀ ਕਹਿੰਦੇ ਸੀ ਕਿ ਇੱਦਾਂ ਨਾ ਹੋਵੇ ਬੈਰੀਕੇਡਿੰਗ ਤੁਹਾਡੇ ਘਰ ਦੇ ਬਾਹਰ ਵੀ ਲਾਉਣੀ ਪੈ ਜਾਇਆ ਕਰੇ ਪੁਲਿਸ ਵਾਲਿਆਂ ਨੂੰ, ਧਰਨੇ ਇੱਥੇ ਵੀ ਹੋਇਆ ਕਰਨ। ਲੱਗਦਾ ਪੂਰਾ ਹੋ ਜਾਏਗਾ? ਸਰ, ਮੈਂ ਉਹਨਾਂ 'ਚੋਂ ਹਾਂ ਜਿਹਨੂੰ ਧਰਨੇ ਲਗਾਉਣ ਦੀ ਲੋੜ ਨਹੀਂ ਪੈਣੀ। ਮੈਂ ਧਰਨੇ ਵਾਲੀ ਥਾਂ ਜਾ ਕੇ ਆਪ ਬੈਠ ਜਾਵਾਂਗਾ, ਧਰਨੇ ਵਾਲਿਆਂ ਦਾ ਸਾਥ ਦਾਂਗਾ। ਮੈਂ ਉਹਨਾਂ 'ਚੋਂ ਨਹੀਂ ਹੈਗਾ ਜਿਹੜਾ ਜਾ ਕੇ ਬਾਹਰ ਕੱਲ ਗੇਟ ਦੇ ਦਰਵਾਜ਼ੇ ਬੰਦ ਕਰ ਲਵੇ। ਕੋਹਲੀ ਪਰਿਵਾਰ ਦੀ ਪਹਿਚਾਣ ਇਸ ਚੀਜ਼ ਨਾਲ ਨਹੀਂ ਹੈ ਸਰ। ਇਹ ਧਰਨੇ ਚੁਕਾਉਣੇ ਹੀ ਤਾਂ ਸਾਡਾ ਮੇਨ ਮਕਸਦ ਹੈ। ਅਸੀਂ ਕਿਉਂ ਅੱਜ ਪਾਰਟੀ ਚੇਂਜ ਕੀਤੀ? ਸਾਡੇ ਪਿਓ ਦਾਦਿਆਂ ਦੀ ਜਿਹੜੀ ਸੀਗੀ ਉੱਥੇ, ਅਸੀਂ ਕਿਉਂ ਛੱਡ ਕੇ ਇੱਥੇ ਆਏ? ਕਿਉਂਕਿ ਉੱਥੋਂ ਕੁਛ ਨਹੀਂ ਦਿਖਦਾ ਸੀ ਪੰਜਾਬ ਵਾਸਤੇ। ਉਹਨਾਂ ਨੇ ਆਪਦੀ ਗਲਤੀਆਂ ਤੋਂ ਨਹੀਂ ਸਿੱਖੇ, ਇੱਕ ਗਲਤੀ ਛੁਪਾਉਣ ਵਾਸਤੇ ਫਿਰ ਗਲਤੀ ਕੀਤੀ, ਫਿਰ ਗਲਤੀ ਕੀਤੀ, ਗਲਤੀਆਂ ਕਰਦੇ ਅੱਜ ਦੇਖੋ ਨਾ ਜੀ, ਅੱਜ ਕਿੱਥੇ ਬੈਠੇ। ਕਾਫੀ ਇਨ ਟੱਚ ਰਹਿੰਦੇ ਹੋਣਗੇ, ਕੀ ਦੇਖ ਰਹੇ ਹੋ ਇਸ ਵੇਲੇ ਅਕਾਲੀ ਦਲ ਦੀ ਪੋਜੀਸ਼ਨ ਕੀ ਹੈ? ਅਕਾਲੀ ਦਲ ਤਾਂ ਕਹਿੰਦਾ ਅਸੀਂ ਸਰਕਾਰ ਬਣਾ ਰਹੇ ਹੈਗੇ ਹਾਂ, ਲੱਗਦਾ ਸਰਕਾਰ ਬਣ ਰਹੀ ਹੈ ਫਿਰ ਉਹਨਾਂ ਦੀ? ਸਰ, ਉਹ ਚੁਟਕਲਾ ਹੈਗਾ ਨਾ ਜੀ ਵੀ ਡਾਇਨਾਸੌਰਸ ਆ ਸਕਦੇ ਨੇ ਧਰਤੀ ਤੇ ਵਾਪਸ, ਪਰ ਹੁਣ ਅਕਾਲੀ ਦਲ ਪੰਜਾਬ 'ਚ ਨਹੀਂ ਆ ਸਕਦਾ ਸਰ। ਦੇ ਹੈਵ ਰੂਇਨਡ ਪੰਜਾਬ ਸਰ, ਦੇ ਹੈਵ ਰੂਇਨਡ ਪੰਜਾਬ। ਅੱਜ ਲੋਕਾਂ ਕੋਲ, ਅੱਜ ਜਿੱਥੇ ਜਾ ਰਹੇ ਨਾ ਜੀ, ਪਟਿਆਲੇ ਸ਼ਹਿਰ ਦੀ ਗੱਲ ਦੱਸਾਂ ਤੁਹਾਨੂੰ, ਲੋਕਾਂ ਦੋ ਗੱਲਾਂ ਨੇ ਜੀ। ਇੱਕ ਗੱਲ ਹੈਗੀ ਆ ਕਿ ਆਮ ਆਦਮੀ ਪਾਰਟੀ ਦੇ ਵਿੱਚ ਭਰੋਸਾ ਕਿ ਦਿੱਲੀ ਦੇ ਵਿੱਚ ਹੋਏ ਕੰਮ ਪੰਜਾਬ 'ਚ ਹੋਣਗੇ ਤੇ ਸਮਾਜ ਅੱਛਾ ਹੋਊਗਾ, ਪੰਜਾਬ ਅੱਛਾ ਹੋਊਗਾ। ਇੱਕ ਤਾਂ ਸਨੇਹ ਹੈ ਆਮ ਆਦਮੀ ਪਾਰਟੀ, ਉਸ ਤੋਂ ਵੱਡਾ ਰੋਸ ਹੈ ਅਕਾਲੀ ਦਲ ਤੇ ਕਾਂਗਰਸ ਦੇ ਖਿਲਾਫ। ਸੋ ਇਹ ਦੋ ਫੈਕਟਰਸ ਨੇ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਜਾ ਰਹੇ ਨੇ। ਅਕਾਲੀ ਦਲ, ਕਾਂਗਰਸ। ਮੈਂ ਪਹਿਲਾਂ ਦੱਸ ਕੇ ਹਟਿਆ, ਦੁਕਾਨਦਾਰੀ ਇੱਕੋ ਹੀ ਹੈ, ਸੌਦਾ ਵਪਾਰ ਇੱਕੋ ਵਿਕਦਾ, ਸਿਰਫ ਨਾਮ ਬਦਲ ਲਿਆ ਜਾਂਦਾ। ਪਹਿਲਾਂ ਮਾਈਨਿੰਗ ਹੁੰਦੀ ਸੀ, ਆਹ ਚੰਨੀ ਸਾਹਿਬ ਦੀ ਤੁਸੀਂ ਗੱਲ ਕਰ ਰਹੇ ਸੀ,
ਉਹਨਾਂ ਦੇ ਭਾਂਜਾ ਜੀ ਦੇ ਘਰੋਂ ਮਿਲਿਆ ਐਂਡ ਹੀ ਐਡਮਿਟਡ ਕਿ ਹਾਂ ਇਹ ਸੈਂਡ ਮਾਈਨਿੰਗ ਦੇ ਪੈਸੇ ਸੀ। ਈਡੀ ਦੀ ਜਿਹੜੀ ਆਪਾਂ ਰਿਪੋਰਟ ਪੜ੍ਹੀ ਹੈ ਜੀ ਨਿਊਜ਼ਪੇਪਰ ਰਿਪੋਰਟਸ, ਉਹਦੇ ਵਿੱਚ ਉਹਨੇ ਐਡਮਿਟ ਕੀਤਾ। ਐਡੀ ਵੱਡੀ ਐਡਮਿਟੈਂਸ ਤੋਂ ਬਾਅਦ ਰਾਹੁਲ ਗਾਂਧੀ ਹੈਜ਼ ਦੀ ਔਡੈਸਿਟੀ ਐਂਡ ਦ ਗਟਸ ਟੂ ਅਨਾਉਂਸ ਹਿਮ ਐਜ਼ ਅ ਸੀਐਮ ਕੈਂਡੀਡੇਟ। ਕੀ ਮੈਸੇਜ ਦੇ ਰਹੇ ਹਾਂ ਸਰ ਆਪਾਂ, ਕੀ ਮੈਸੇਜ ਦੇ ਰਹੇ ਹਾਂ? ਐਟਲੀਸਟ ਜਿਹੜਾ ਹੈ ਨਵਜੋਤ ਸਿੰਘ ਸਿੱਧੂ ਕੋਈ ਉਹਦੇ ਤੇ ਦਾਗ ਤਾਂ ਨਹੀਂ ਸੀ। ਸੀਐਮ ਚੰਨੀ ਵਾਲਾ ਤਾਂ ਬਿਲਕੁਲ ਹੀ ਇਹਨਾਂ ਨੇ ਤਾਂ ਚੋਰ ਮਚਾਏ ਸ਼ੋਰ ਵਾਲੀ ਗੱਲ ਕਰਤੀ ਵੀ ਇੱਕ ਵਾਰੀ ਚੋਰ ਹੋ ਗਿਆ ਸਾਬਤ, ਹੁਣ ਉਹ ਚੋਰ ਦੁਬਾਰਾ ਆਊਗਾ ਤੇ ਫਿਰ ਸ਼ੋਰ ਮਚਾਊਗਾ। ਸੋ ਆਈ ਮੀਨ ਬੜਾ ਅਜੀਬ ਜਿਹਾ, ਇਟਸ ਬਿਯੋਂਡ ਮਾਈ ਪੋਲੀਟੀਕਲ। ਸ਼ਾਹੀ ਸ਼ਹਿਰ ਪਟਿਆਲਾ ਜਿਸ ਨੂੰ ਸ਼ਾਹੀ ਮੰਨਿਆ ਜਾਂਦਾ ਸੀ, ਲੱਗਦਾ ਦੁਬਾਰਾ ਫਿਰ ਉਹ ਸ਼ਾਹੀ ਦਿੱਖ, ਸ਼ਾਹੀ ਚੀਜ਼ਾਂ ਬਰਕਰਾਰ ਕਰ ਪਾਊਗਾ ਔਰ ਝਾੜੂ ਇਸ ਵਾਰ ਸਫਾਈ ਕਰ ਪਾਊਗਾ। ਸਰ ਅਸੀਂ ਜੁੜੇ ਹੋਏ ਹਾਂ ਗਰਾਊਂਡ ਲੈਵਲ ਤੇ, ਅਸੀਂ ਗ੍ਰਾਸ ਰੂਟ ਲੋਕ ਹਾਂ। ਸਾਡੇ ਜਿਹੜੀ ਪਹਿਚਾਣ ਹੈ ਉਹ ਇਹੀ ਇਸ ਗੱਲ ਦੀ ਪਹਿਚਾਣ ਸੀ ਕਿ ਸਰਦਾਰਾ ਸਿੰਘ ਕੋਹਲੀ ਨੇ ਸਾਈਕਲ ਤੇ ਸਿਆਸਤ ਕੀਤੀ ਹੈ, ਸੁਰਜੀਤ ਸਿੰਘ ਕੋਹਲੀ ਨੇ ਸਕੂਟਰ ਤੇ ਆਪਣਾ ਸਾਰਾ ਸਮਾਂ ਬਤੀਤ ਕੀਤਾ। ਸਕੂਟੀ ਤੇ ਘੁੰਮ ਰਹੇ ਵੈਸੇ ਮੈਂ ਸਰ ਮੈਂ ਇਟਸ ਅ ਵੇ ਆਫ ਲਾਈਫ। ਸਾਡੇ ਵਾਸਤੇ ਇਹ ਕੋਈ ਨਵੀਂ ਚੀਜ਼ ਨਹੀਂ ਹੈ, ਸਾਡੇ ਵਾਸਤੇ ਇਟਸ ਅ ਵੇ ਆਫ ਲਾਈਫ। ਸ਼ਹਿਰ ਛੋਟਾ ਜੀ ਸਾਡਾ, ਗਲੀਆਂ ਨੇ, ਉਹ ਸਕੂਟਰ ਤੇ ਜਿਹੜਾ ਹੈ ਚੱਲਣਾ ਸੌਖਾ ਰਹਿੰਦਾ। ਨਾਲੇ ਕਾਰ 'ਚ ਬੈਠੇ ਆ, ਸ਼ੀਸ਼ਾ ਚੜਾ ਕੇ ਏਸੀ ਲਗਾ ਕੇ, ਕੋਈ ਮਿਲਦਾ ਜੁਲਦਾ ਨਹੀਂ ਦਿਖਦਾ। ਸਕੂਟਰ ਦੇ 100 ਬੰਦਿਆਂ ਨੂੰ ਹੱਥ ਖੜਾ ਕਰੀਦਾ। ਸੋਚਿਆ ਸੀ ਮੈਂ ਕਿਹਾ ਸਕੂਟੀ ਤੇ ਹੀ ਕਰਦੇ ਆ ਇੰਟਰਵਿਊ ਆਪਾਂ। ਉਹ ਸਰ ਤੁਸੀਂ ਹੁਣੇ ਦੇਖ ਲਿਓ, ਦੁਪਹਿਰ ਨੂੰ ਸ਼ਹਿਰ 'ਚ ਜਾਣਾ, ਉਹ ਸਕੂਟਰ ਤੇ ਹੀ ਹੋਵਾਂਗੇ। ਸੋ ਇਟਸ ਨਥਿੰਗ ਕੋਈ ਅਲੱਗ ਜੀ ਚੀਜ਼ ਨਹੀਂ। ਸਾਡੇ ਵਾਸਤੇ ਵੇ ਆਫ ਲਾਈਫ ਹੈ। ਪਟਿਆਲੇ ਦੇ ਵਿੱਚ ਹਰ ਬੰਦਾ ਸਰ ਰੋਡ ਸਾਈਡ ਹੌਕਰ ਐਂਡ ਦ ਮੋਸਟ ਐਸਟੈਬਲਿਸ਼ਡ ਪਰਸਨ, ਅੱਜ ਉਹ ਜਿਹੜਾ ਸੋਸ਼ਲ ਗੈਪ ਸੀ ਨਾ, ਉਹ ਬ੍ਰਿਜ ਹੋ ਗਿਆ। ਦੋਨੋਂ ਇਹੀ ਕਹਿ ਰਹੇ ਨੇ ਵੀ ਅਸੀਂ ਆਮ ਆਦਮੀ ਪਾਰਟੀ ਨੂੰ ਵੋਟ ਪਾਉਣੀ ਹੈ। ਇਹ ਬੜਾ ਵੱਡਾ ਪਲੱਸ ਹੈ ਸਰ। ਪਰ ਕੋਹਲੀ ਸਾਹਿਬ ਗੱਲ ਤਾਂ ਉਹੀ ਆ ਜਾਂਦੀ ਹੈ ਨਾ, ਇੱਕ ਲੰਬਾ ਸਮਾਂ ਪਾਰਟੀ ਦੇ ਵਿੱਚ ਬਿਤਾਉਣਾ, ਤੁਹਾਡਾ ਦਾ ਪੂਰਾ ਪਰਿਵਾਰ ਇਸ ਦੇ ਵਿੱਚ ਜੁੜਿਆ ਹੋਇਆ ਸੀ, ਫਿਰ ਲੋਕ ਕਹਿੰਦੇ ਨੇ ਕਿ ਇਹੋ ਜਿਹਾ ਕੀ ਹੋ ਗਿਆ ਕਿ ਤੁਹਾਡੇ ਵੱਲੋਂ ਚੋਣਾਂ ਦੇ ਵਿੱਚ ਹੀ ਆ ਕੇ ਜਿਹੜੀ ਹੈ ਉਹ ਪਾਰਟੀ ਛੱਡੀ। ਦੇਖੋ ਜੀ, ਤੁਹਾਨੂੰ ਮੈਂ ਦੱਸਿਆ ਕਿ ਪਾਰਟੀ ਦਾ ਡੀਐਨਏ ਹੀ ਬਦਲ ਗਿਆ। ਇਹਨਾਂ ਨੇ ਜਿਹੜਾ ਹੈ ਪਾਰਟੀ ਨੂੰ ਖਤਮ ਕਰਤਾ। ਅੱਜ ਇਕੱਲੇ ਕੋਹਲੀ ਪਰਿਵਾਰ ਨਹੀਂ ਇਹਨਾਂ ਤੋਂ ਵੱਖ ਹੋਇਆ, ਜਿੰਨੀ ਪੁਰਾਣੀ ਐਸਟੈਬਲਿਸ਼ ਲੀਡਰਸ਼ਿਪ ਸੀਗੀ ਉਹ ਸਾਰੇ ਦੇ ਸਾਰੇ ਜਿਹੜੇ ਨੇ ਅਕਾਲੀ ਦਲ ਬਾਦਲ ਪਰਿਵਾਰ ਨੂੰ ਛੱਡ ਕੇ, ਇਹਨਾਂ ਦੇ ਕਾਰਨ ਕਰਕੇ, ਇਹਨਾਂ ਦੀ ਵਜ੍ਹਾ ਕਰਕੇ ਅਕਾਲੀ ਦਲ ਨੂੰ ਛੱਡ ਕੇ ਬਾਹਰ ਹੋ ਗਏ। ਜਿੱਥੇ ਇੰਨੀ ਮੈਜੋਰਿਟੀ ਬਾਹਰ ਗਈ ਹੈ ਕਿ ਸਾਰਿਆਂ 'ਚ ਹੀ ਕੋਈ ਨਾ ਕੋਈ ਨੁਕਸ ਹੈ। ਇਹ ਇਕੱਲੇ ਦੁੱਧ ਦੇ ਧੁੱਲੇ ਨੇ। ਬਾਦਲ ਸਾਹਿਬ ਨੂੰ ਅੰਦਰ ਝਾਤੀ ਮਾਰਨੀ ਚਾਹੀਦੀ ਹੈ, ਉਹ ਹੀ ਕੀ ਕਰ ਰਹੇ ਨੇ। ਸਰ ਅੱਜ ਮੈਂ ਤੁਹਾਡੇ ਥਰੂ ਇੱਕ ਗੱਲ ਕਹਾਂਗਾ, ਪਰਸਨਲ ਗੱਲ ਹੈ, ਚਲੋ ਖੈਰ ਮੈਂ ਫਿਰ ਵੀ ਸ਼ੇਅਰ ਕਰਾਂਗਾ ਤੁਹਾਡੇ ਨਾਲ। ਮੇਰੇ ਫਾਦਰ ਸਾਹਿਬ ਦਾ ਕਿਡਨੀ ਟ੍ਰਾਂਸਪਲਾਂਟ ਹੋਇਆ ਸੀ ਜੀ ਅਪ੍ਰੈਲ ਦੇ ਵਿੱਚ। ਉਹ ਫੋਰਟਿਸ ਦੇ ਵਿੱਚ ਦਾਖਲ ਰਹੇ 4 ਮਹੀਨੇ, ਉਸ ਤੋਂ ਬਾਅਦ ਪੀਜੀਆਈ ਵੀ ਦਾਖਲ ਰਹੇ। ਸਾਡੀ ਟ੍ਰੀਟਮੈਂਟ ਜਿਹੜੀ ਹੈ ਉਹ 6-7 ਮਹੀਨੇ ਚੱਲੀ। ਬੜੇ ਕ੍ਰਿਟੀਕਲ ਟਾਈਮ ਦੇ ਵਿੱਚ ਦੌਰ 'ਚੋਂ ਗੁਜ਼ਰੇ ਹਾਂ, ਬੜਾ ਔਖਾ ਸਮਾਂ ਸੀਗਾ ਜੀ। ਸੁਰਜੀਤ ਸਿੰਘ ਕੋਹਲੀ ਸੀਨੀਅਰ ਵਾਈਸ ਪ੍ਰੈਜ਼ੀਡੈਂਟ, ਨੈਕਸਟ ਓਨਲੀ ਟੂ ਦ ਪ੍ਰੈਜ਼ੀਡੈਂਟ, ਉਸ ਅਹੁਦੇ ਤੇ ਬੈਠੇ ਨੇ। ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰੈਜ਼ੀਡੈਂਟ ਨੇ ਫੋਰਟਿਸ ਦੇ ਵਿੱਚ ਪਹਿਲਾਂ, ਬਾਅਦ 'ਚ ਪੀਜੀਆਈ ਦੇ ਵਿੱਚ ਇਲਾਜ ਚੱਲਿਆ ਜੀ 3-4 ਮਹੀਨੇ। ਪੀਜੀਆਈ ਜਿਹੜਾ ਹੈ ਇਹਨਾਂ ਦੇ ਘਰ ਤੋਂ 10 ਮਿੰਟ ਦੂਰ ਦਾ ਰਸਤਾ ਜੀ। ਸਾਡਾ ਜਿਹੜਾ ਲੀਡਰ ਸੀਗੇ ਸੁਖਬੀਰ ਸਿੰਘ ਬਾਦਲ ਜੀ, ਇਹਨਾਂ ਦੇ ਵਿੱਚ ਇੰਨੀ ਜਿਹੜੀ ਮੈਂ ਕਹਾਂਗਾ ਗੈਰਤ ਨਹੀਂ ਸੀ। ਇਹਨਾਂ ਦੇ ਵਿੱਚ ਇੰਨਾ ਆਪਣੇ ਲੀਡਰ ਦੇ, ਆਪਣੇ ਪਾਰਟੀ ਦੇ, ਜਿਹਨੇ 70 ਸਾਲ ਪਾਰਟੀ ਨੂੰ ਸਮਰਪਿਤ ਰਿਹਾ ਜਿਹੜਾ ਬੰਦਾ, ਥਰੂ ਦ ਰੈਂਕਸ ਇੱਥੇ ਤੱਕ ਪਹੁੰਚਿਆ, ਇਹਨਾਂ ਦੇ ਵਿੱਚ ਇੰਨੀ ਕਰਟਸੀ ਨਹੀਂ ਸੀ ਕਿ ਮੈਂ ਇੱਕ ਵਾਰੀ ਜਾ ਕੇ ਪੀਜੀਆਈ ਹਾਲ ਚਾਲ ਪੁੱਛਾਵਾਂ ਸੁਰਜੀਤ ਸਿੰਘ ਕੋਹਲੀ ਦਾ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਹ 8 ਮਹੀਨੇ ਜਿਹੜੇ ਸਾਡੇ ਪਰਿਵਾਰ 'ਤੇ ਭੀੜਾ ਪਈ ਸੀ, ਅਸੀਂ ਅਕਾਲੀ ਦਲ ਦੇ ਹਾਂ ਜੀ, ਅਸੀਂ ਤੁਹਾਡੇ ਨਾਲ ਰਿਲੀਜੀਅਸਲੀ ਜੁੜੇ ਹੋਏ ਸੀ, ਤੁਹਾਨੂੰ ਆਪਣਾ ਲੀਡਰ ਮੰਨਦੇ ਸੀ। ਤੁਹਾਡੀ ਕਿਹੜੀ ਲੀਡਰਸ਼ਿਪ ਕੁਆਲਿਟੀ ਹੈ ਸਰ? ਤੁਸੀਂ ਤਾਂ ਜਿਹੜਾ ਹੈਗਾ ਆ ਕੇ ਤਾਂ ਕੀ ਮਿਲਣਾ ਸੀ, ਤੁਸੀਂ ਤਾਂ ਫੋਨ 'ਤੇ ਹਾਲ ਚਾਲ ਵੀ ਨਹੀਂ ਪੁੱਛ ਸਕੇ। ਅਤੇ ਜੇ ਅੱਜ ਸੁਰਜੀਤ ਸਿੰਘ ਕੋਹਲੀ ਦਾ ਇਹ ਹਾਲ ਸੀ ਅਕਾਲੀ ਦਲ ਦੇ ਵਿੱਚ 70 ਸਾਲ ਦੇਣ ਤੋਂ ਬਾਅਦ, ਕਿ ਸੁਖਬੀਰ ਸਿੰਘ ਬਾਦਲ ਕੋਲ ਇੰਨਾ ਸਮਾਂ ਨਹੀਂ ਸੀ ਕਿ ਮੈਂ ਫੋਨ 'ਤੇ ਹਾਲ ਚਾਲ ਪੁੱਛਣਾ ਆਪਣੇ ਲੀਡਰ ਦਾ, ਅਕਾਲੀ ਦਲ ਦੇ ਚਿਹਰੇ ਦਾ, ਸ਼ਹਿਰ ਦੇ ਦਾ, ਅਤੇ ਬਾਕੀ ਲੀਡਰਸ਼ਿਪ ਕੀ ਆਸ ਰੱਖੇਗੀ? ਸਰ ਇਹ ਅੱਜ ਮੈਂ ਤੁਹਾਡੇ ਰਾਹੀਂ ਕਹਿ ਰਿਹਾ, ਇਹਨਾਂ ਨੂੰ ਕਿਸੇ ਨਾਲ ਕੋਈ ਲੈਣ ਦੇਣ ਦਾ ਮਤਲਬ ਨਹੀਂ। ਇਹ ਪਰਿਵਾਰ, ਇਸ ਲੀਡਰਸ਼ਿਪ ਨੇ ਸਿਰਫ ਤੇ ਸਿਰਫ ਨਿਚਲੇ ਲੀਡਰਸ ਨੂੰ, ਵਰਕਰਸ ਨੂੰ ਵਰਤਿਆ। ਥਾਪੜਾ ਦੇਣਾ, ਪਰਵਾਹ ਨਹੀਂ ਕਰਨੀ, ਫਟੇ ਚੱਕ ਦਿਓ, ਇਹ ਕਰ ਦਿਓ, ਉਹ ਕਰ ਦਿਓ, ਮੁੜ ਕੇ ਸਾਰ ਨਹੀਂ ਜਾਣਨੀ। ਇਹ ਸਿਰਫ ਸੁੱਖ ਦੇ ਸਾਥੀ ਨੇ, ਕਿਸੇ ਦੇ ਦੁੱਖ ਦੇ ਵਿੱਚ ਇਹ ਕਦੇ ਕੰਮ ਨਹੀਂ ਆਏ, ਕਦੇ ਕਿਸੇ ਦੇ ਕੋਲ ਆ ਕੇ ਖੜੇ ਨਹੀਂ, ਕਿਸੇ ਦੀ ਸਾਰ ਨਹੀਂ ਜਾਣੀ। ਔਰ ਅੱਜ ਜੇ ਸਾਡੇ ਨਾਲ ਇਸ ਤਰ੍ਹਾਂ ਹੋਇਆ, ਤੇ ਮੈਂ ਬਾਕੀ ਲੀਡਰਸ਼ਿਪ ਨੂੰ ਵੀ ਤੁਹਾਡੇ ਰਾਹੀਂ ਕਹਿਣਾ ਚਾਹਾਂਗਾ, ਬਈ ਆਪਣਾ ਸਾਰਾ ਕੁਝ ਦੇਖਭਾਲ ਲਿਓ, ਬਹੁਤਾ ਭਰੋਸਾ ਕਰਨ ਦੀ ਲੋੜ ਨਹੀਂ ਇਹੋ ਜਿਹੇ ਬੰਦਿਆਂ 'ਤੇ।
ਮਨ ਦੁਖੀ ਹੁੰਦਾ ਸੀਗਾ ਉਦੋਂ ਜਦੋਂ ਇਹ ਚੀਜ਼ ਹੋਈ? ਅੱਜ ਵੀ ਮੈਨੂੰ ਇਦਾਂ ਲੱਗ ਰਿਹਾ ਕਿ ਤੁਸੀਂ ਉਹ ਚੀਜ਼ ਕਿਤੇ ਨਾ ਕਿਤੇ ਰੜਕਦੀ ਹੈਗੀ ਹੈ ਮਨ ਦੇ ਵਿੱਚ, ਹੈ ਨਾ, ਕਿ ਇੰਨਾ ਪਰਿਵਾਰ ਦੇ ਉੱਤੇ ਮਾੜਾ ਟਾਈਮ ਚੱਲਿਆ ਤੇ ਫਿਰ ਵੀ ਉਹ ਬੰਦੇ ਨਹੀਂ ਆ ਕੇ ਮਿਲੇ। ਸਰ ਮੈਂ ਤੁਹਾਨੂੰ ਕੀ ਕਹਿ ਰਿਹਾ ਜੀ, ਸੁਖਬੀਰ ਬਾਦਲ ਜੀ 10 ਮਿੰਟ ਦਾ ਵਾਕਿੰਗ ਡਿਸਟੈਂਸ ਹੈ, 2 ਮਿੰਟ ਲੱਗਦੇ ਨੇ ਕਾਰ 'ਚ। ਪੀਜੀਆਈ ਮੇਰੇ ਫਾਦਰ ਸਾਹਿਬ ਡੈਥ ਬੈੱਡ ਤੇ ਸੀ, ਕ੍ਰਿਟੀਕਲ ਸੀ। ਸਾਡੇ ਡਾਕਟਰਸ ਨੇ ਕਹਿਤਾ ਸੀ ਕਿ ਭਾਈ ਫੈਮਿਲੀ ਬੁਲਾ ਲਓ ਸਰਜਰੀ ਤੋਂ ਪਹਿਲਾਂ। ਇੰਨਾ ਔਖਾ ਸਮਾਂ ਸੀ ਸਾਡੇ ਤੇ। ਚਲੋ ਪਰਮਾਤਮਾ ਦੀ ਮਿਹਰ ਰਹੀ, ਸਾਡੇ ਸਾਥੀਆਂ ਦੀ ਜਿਹੜੀ ਹੈ ਦੁਆ ਕੰਮ ਕਰ ਗਈ, ਉਹ ਪਰਮਾਤਮਾ ਨੇ ਠੀਕ ਕੀਤਾ। ਅੱਜ ਸਾਡੇ ਵਿੱਚ ਬੈਠੇ ਨੇ ਖੁਸ਼ਹਾਲ। ਇਹਨਾਂ ਨੂੰ ਕੀ ਕੀ ਲਗਾ ਸੀ ਸਾਡੇ ਨਾਲ, ਸਾਨੂੰ ਇਹਨਾਂ ਨੇ ਵਰਤਿਆ ਕੈਪਟਨ ਸਾਹਿਬ ਦੇ ਖਿਲਾਫ। ਜਦੋਂ ਦੇਖ ਲਿਆ ਵੀ ਹੁਣ ਕੋਹਲੀ ਸਮਝ ਗਏ ਕਿ ਹਾਂ ਵੀ ਇਹਨਾਂ ਨੂੰ ਪਤਾ ਲੱਗ ਗਿਆ ਵੀ ਕੈਪਟਨ ਤੇ ਅਸੀਂ ਇੱਕ ਹਾਂ, ਕੋਹਲੀ ਪਿੱਛੇ ਹਟ ਗਿਆ। 2014 ਦੀ ਟਿਕਟ ਘਰ ਆ ਕੇ ਦਿੰਦੇ ਸੀ, ਅਸੀਂ ਨਹੀਂ ਲਈ। ਸਾਨੂੰ ਪਤਾ ਸੀ ਵੀ ਇਹ ਜਿਹੜਾ ਹੈ ਫਿਰ ਵਰਤਣਗੇ ਸਾਨੂੰ। ਅਸੀਂ ਟਿਕਟ ਰਿਫਿਊਜ਼ ਕੀਤੀ ਹੈ, ਇਹਨਾਂ ਨੇ ਨਹੀਂ ਜਿਹੜਾ ਹੈ ਕਿਸੇ ਹੋਰ ਨੂੰ ਦਿੱਤੀ। ਜਨਰਲ ਜੇ ਸਿੰਘ ਦੇ ਟਾਈਮ ਵੀ ਰਿਫਿਊਜ਼ਡ, ਦਿਓ ਤੁਸੀਂ ਟਿਕਟ। ਉਹੀ ਗੱਲ ਹੋਈ 14 'ਚ ਵੀ ਉਹੀ ਹਾਲ ਹੋਇਆ। ਭਗਵਾਨ ਦਾਸ ਜੁਨੇਜਾ ਦੀ ਜਨਰਲ ਇਲੈਕਸ਼ਨ ਹੋਵੇ ਤਾਂ ਅਸੀਂ ਹਾਰਦੇ ਹਾਂ 30,000 ਤੇ। ਤੁਸੀਂ ਬਾਈ ਇਲੈਕਸ਼ਨ ਦੇ ਵਿੱਚ ਅਗੇਂਸਟ MLA ਸਰਕਾਰ ਸਾਡੀ ਪੂਰਾ ਮਹੀਨਾ ਤੁਹਾਡੇ ਕੋਲ ਆ ਕੇ ਪੂਰਾ ਪੰਜਾਬ ਸਰਕਾਰ ਦਾ ਇੱਥੇ ਬੈਠਾ ਰਿਹਾ, ਉਹਨਾਂ ਨੂੰ 20,000 25,000 ਵੋਟਾਂ ਤੇ ਹਰਾਤਾ। ਜਨਰਲ ਜੇ ਸਿੰਘ 50,000 ਵੋਟਾਂ ਤੇ ਹਾਰ ਗਏ ਜੀ। ਸਾਡੇ ਚੰਦੂ ਮਾਜਰਾ ਸਾਹਿਬ, ਉਹਨਾਂ ਨੂੰ ਸ਼ਹਿਰ ਦੇ ਵਿੱਚੋਂ ਸਾਰੀ 19,000 ਵੋਟ ਮਿਲਦੀ ਹੈ। ਰਖੜਾ ਸਾਹਿਬ ਨੂੰ 20,000 ਮਿਲਦੀ ਹੈ, ਦੀਪਿੰਦਰ ਨੂੰ 16,000 ਮਿਲਦੀ ਹੈ। ਕਿਉਂ ਮਿਲਦੀ ਹੈ ਜੀ? ਕਿਉਂਕਿ ਪਟਿਆਲੇ ਸ਼ਹਿਰ ਦੇ ਵਿੱਚ ਇਹਨਾਂ ਨੇ ਕਦੇ ਅਕਾਲੀ ਦਲ ਵਾਸਤੇ ਕੋਈ ਸੰਜੀਦਗੀ ਦਿਖਾਈ ਨਹੀਂ। ਔਰ ਇਹੀ ਅੱਜ ਜਿਹੜਾ ਹੈ ਰਿਜ਼ਲਟ ਤੁਸੀਂ ਦੇਖਣਾ। ਜੁਨੇਜਾ ਸਾਹਿਬ ਦਾ ਵੀ ਮੈਨੂੰ ਤਾਂ ਉਮੀਦ ਸੀ ਵੀ ਚਲੋ ਸਿਆਣਾ ਭਰਾ ਹੈ ਸਾਡਾ, ਸਮਝ ਜਾਏਗਾ, ਬਟ ਸ਼ਾਇਦ ਉਹਨਾਂ ਨੂੰ ਵੀ ਜ਼ਿਆਦਾ ਹੋਇਆ ਵਾ। ਟਾਈਮ ਆਏ ਤਾਂ ਉਹਨਾਂ ਨੂੰ ਵੀ ਪਤਾ ਲੱਗ ਜੂਗਾ ਕਿ ਕਿੰਨੇ ਕੁ ਸਗੇ ਨੇ, ਕਿੰਨੇ ਕੁ ਵਰਤਦੇ ਨੇ। ਬਹੁਤ ਧੰਨਵਾਦ ਕੋਹਲੀ ਸਾਹਿਬ। ਤਾਂ ਅਜੀਤਪਾਲ ਸਿੰਘ ਕੋਹਲੀ ਇਸ ਵਾਰ ਮੈਦਾਨ ਦੇ ਵਿੱਚ ਨੇ ਔਰ ਕਹਿ ਰਹੇ ਨੇ ਕਿ ਪਟਿਆਲੇ ਦੇ ਵਿੱਚ ਸਫਾਈ ਹੋਊਗੀ ਝਾੜੂ ਦੇ ਨਾਲ। ਤਾਂ ਦੇਖਣਾ ਹੋਊਗਾ ਸ਼ਾਹੀ ਸ਼ਹਿਰ ਪਟਿਆਲਾ ਦੇ ਵਿੱਚ ਇਸ ਵਾਰ ਬਾਜ਼ੀ ਕੌਣ ਮਾਰਦਾ ਹੈ, ਕਿਉਂਕਿ ਮੁਕਾਬਲਾ ਜਿੱਥੇ ਪਹਿਲਾਂ ਕਾਂਗਰਸ, ਅਕਾਲੀ ਦਲ ਔਰ ਆਪ ਦੇ ਵਿੱਚ ਹੋਇਆ ਕਰਦਾ ਸੀ, ਇਸ ਵਾਰ ਕੈਪਟਨ ਸਾਹਿਬ ਆਪਣੀ ਪਾਰਟੀ ਦੇ ਨਾਲ ਨੇ। ਤਾਂ ਦੇਖਣਾ ਹੋਊਗਾ ਕਿ ਲੋਕ ਕਿਸ ਦੇ ਉੱਤੇ ਭਰੋਸਾ ਜਤਾਉਂਦੇ ਨੇ। ਕੈਮਰਾ ਪਰਸਨ ਵਿੱਕੀ ਦੇ ਨਾਲ ਗਗਨਦੀਪ ਸਿੰਘ, ਪ੍ਰੋ ਪੰਜਾਬ TV, ਪਟਿਆਲਾ।